ਇਹਦੇ ਚ ਵੀ ਤੁਸੀਂ ਆਪਾਂ ਚੈੱਕ ਕਰਾਂਗੇ ਤੁਹਾਡੇ ਤੋਂ 15 ਤੋਂ ਲੈ ਕੇ 20 ਕੁਐਸਚਨ ਇਦਾਂ ਦੇ ਆ ਜਿਹੜੇ ਤੁਸੀਂ ਪਹਿਲੇ 30 ਕੁਐਸਚਨ ਦੇ ਵਿੱਚ ਹੀ ਰਿਪੀਟ ਨੇ 15 ਕੁਐਸਚਨ ਤਾਂ ਇਦਾਂ ਦੇ ਤਾਂ ਪੇਪਰ ਦੇ ਵਿੱਚ ਆਲਮੋਸਟ ਜੇ ਤੁਸੀਂ ਚੈੱਕ ਕਰੋਗੇ 50 ਤੋਂ ਲੈ ਕੇ 55 ਕੁਐਸਚਨ ਇਸ ਤਰ੍ਹਾਂ ਦੇ ਜਿਹੜੇ ਆਪਾਂ ਕਲਾਸ ਦੇ ਵਿੱਚ ਡਿਸਕਸ ਕੀਤੇ ਆ ਜਾਂ ਉਹਦੇ ਨਾਲ ਦੇ ਬਿਲਕੁਲ ਸੇਮ ਡਿਸਕਸ਼ਨ ਕੀਤੀ ਆ। ਹਾਂਜੀ ਮੈਂ ਸਟਾਰਟ ਕਰਨ ਲੱਗਾ ਜੀ। ਦੇਖੋ ਫਰਸਟ ਕੁਐਸਚਨ ਤੋਂ। ਹਾਂਜੀ ਦੀ ਨੰਬਰ ਆਫ ਓਕੇ ਵੈਸੇ ਤਾਂ ਇਹ ਮਕੈਨਿਕਸ ਦਾ ਕੁਐਸਚਨ ਆ ਪਰ ਆਪਾਂ ਬੜੇ ਈਜ਼ੀਲੀ ਕਰ ਸਕਦੇ ਹਾਂ। ਕਹਿੰਦਾ ਦੇਖੋ ਦੀ ਨੰਬਰ ਆਫ ਡਿਗਰੀ ਆਫ freedom of a rigid body moving freely in the space। ਠੀਕ ਹੈ ਸਪੇਸ ਦੇ ਵਿੱਚ ਮੂਵ ਕਰਦੀ ਪਈ ਆ ਇੱਕ ਹਿਸਾਬ ਨਾਲ। ਆਪਾਂ ਸਟਾਰਟ ਕਰਦੇ ਹਾਂ। ਦੇਖੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਨਾਲ ਨੋਟ ਕਰਵਾ ਦਾਂ ਜਿਹਦੇ ਤੇ ਬੇਸ ਚੱਲਦਾ ਪਿਆ ਆਪਣੇ ਕੋਲ ਸਾਰਾ ਕੁਝ। ਅਗਰ ਤੁਹਾਡੇ ਕੋਲੇ n ਪਾਰਟੀਕਲ ਥੋੜਾ ਜਿਹਾ ਲਿਖਾ ਦਾਂ ਜਿਹਨਾਂ ਤੁਹਾਡੇ ਕੋਲੇ ਕੁਐਸਚਨ ਬੜਾ ਈਜ਼ੀਲੀ ਸੋਲਵ ਹੋ ਜਾਣਾ। ਦੀ ਕਨਫਿਗਰੇਸ਼ਨ of system of n particles moving freely in the space। ठीक है may be represent by the position in 3n dimensional space। ਲਓ ਜੀ ਹੁਣ ਆਪਾਂ ਫਾਈਂਡ ਕਿਵੇਂ ਕਰਨੇ ਇਹਦੇ। ਆਪਾਂ ਲਿਖਣਾ ਹੈਗਾ 3n ਮਾਈਨਸ ਅਜੇ 3n ਦੇ ਵਿੱਚ ਆਪਾਂ ਮਾਈਨਸ ਕਰਾਂਗੇ m। m ਮੇਰੇ ਕੋਲ ਕੀ ਹੋਣਗੇ ਕਨਸਟ੍ਰੇਂਟਸ ਹੋਣਗੇ। ਇਹ ਮੇਰਾ ਮੈਥਡ ਹੈ ਇਹਨੂੰ ਮੈਂ ਯੂਜ਼ ਕਰਨਾ। ਟੋਟਲ ਕਿੰਨੇ ਹੋਣਗੇ ਜੇ ਵੈਸੇ ਚੈੱਕ ਕਰਨਾ ਹੋਣਾ ਤਾਂ ਆਪਾਂ ਉਹ ਦੇਖ ਲਓ ਜੀ। ਦੀ ਨੰਬਰ ਆਫ ਡਿਗਰੀ ਹਾਂਜੀ ਇੱਕ ਵਾਰ ਇਹਨੂੰ ਛੱਡ ਦਿਓ ਇਹ ਆਪਾਂ ਨਾਲ ਹੀ ਆਪਾਂ ਡਿਸਕਸ ਕਰਦੇ ਹਾਂ ਅਗਲੇ ਸਮ ਦੇ ਵਿੱਚ। ਠੀਕ ਹੈ ਜੀ ਕਿਉਂਕਿ ਦੋ ਸਮ ਇਕੱਠੇ ਹੋ ਜਾਣੇ ਆ ਫਿਰ ਗੜਬੜ ਨਾ ਹੋ ਜਾਏ। ਲਓ ਦੇਖੋ ਜਰਾ ਹੁਣ ਇਹਨੂੰ ਮੈਂ ਇੱਕ ਵਾਰ ਰੱਬ ਕਰ ਦੇਣ ਲੱਗਾ। ਜੇ ਕਿਸੇ ਨੇ ਸਕਰੀਨਸ਼ਾਟ ਲੈਣਾ ਤਾਂ ਸਕਰੀਨਸ਼ਾਟ ਲੈ ਦਿਓ ਇਹ ਅਪਡੇਟ ਕਰਨ ਲੱਗਿਆ ਫਿਰ ਦਿੱਕਤ ਆਏ। ਆਪਣੇ ਕੋਲ ਇਸ ਤਰ੍ਹਾਂ ਦਾ ਕੋਈ ਵੀ ਸਪੇਸ ਆ ਉਹਦੇ ਚ ਆਪਣੇ ਕੋਲੇ ਪਲੇਸ ਤੇ ਹੈਗੇ ਮੇਰੇ ਕੋਲੇ ਇਹਨੂੰ ਕਹਿ ਦਿੰਦੇ ਆਪਾਂ P3 P1 P2 ਆਪਸ ਚ ਇਸ ਤਰ੍ਹਾਂ ਜੁੜੇ ਹੋਏ ਨੇ। ਆ ਮੇਰੇ ਕੋਲੇ ਕੀ ਆ R1 3 ਇਹ ਮੇਰੇ ਕੋਲੇ ਹੈਗਾ R2 3 ਇਹ ਹੈਗਾ ਮੇਰੇ ਕੋਲੇ R1 ਇਹ ਮੇਰੇ ਕੋਲ ਸਾਰੇ ਕੀ ਆਪਸ ਦੇ ਵਿੱਚ ਡਿਸਟੈਂਸ ਆ distance between P1 and P2। The number of degree of freedom the general motion of a rigid body
ਕਿੰਨੀ ਹੁੰਦੀ ਹੈ 6 ਹੁੰਦੀ ਹੈ। ਹੁਣ ਆਪਾਂ ਇਹਨੂੰ ਪ੍ਰੂਫ ਕਰਾਂਗੇ। ਆਨਸਰ ਮੇਰੇ ਕੋਲ 6 ਹੀ ਆ। देखो तीनों पॉइंट्स की है मेरे को P1 P2 ਤੇ ਐਂਡ P3 ਮੇਰੇ ਕੋਲ ਨॉन ਕਲੀਨੀਅਰ ਆ। ਨॉन ਕਲੀਨੀਅਰ ਠੀਕ ਹੈ ਜੀ। ਹੁਣ ਇਹ ਚ ਕਨਸਟੈਂਟਸ ਕਿੰਨੇ ਨੇ 1 2 ਐਂਡ 3 ਨੰਬਰ ਆਫ ਕਨਸਟੈਂਟਸ ਕਿੰਨੇ ਨੇ 3 ਤਾਂ ਮੇਰੇ ਕੋਲ ਆਨਸਰ ਕੀ ਆ ਜਾਏਗਾ ਚੈੱਕ ਕਰ ਲਓ ਜੀ ਦੀ ਨੰਬਰ ਆਫ ਡਿਗਰੀ ठीक है जी। आप कह दिए नंबर ऑफ डिग्री यही अपना आंसर एज इट इज इथों लिया के लिखने लगे 3n माइनस m किन्ने डिमेंशन स्पेस ਲਈ ਆਪਾਂ अगर स्पेस ਦੇ ਵਿੱਚ ਕਰਦੀ ਪਈ ਤਾਂ ਮੇਰੇ ਕੋਲ ਡਿਮੈਂਸ਼ਨ n ਦੀ ਵੈਲਿਊ 3 ਹੋਏਗੀ ਤੇ 3 ਡਿਮੈਂਸ਼ਨ ਆਪਣੇ ਕੋਲ ਇਹ ਬਣ ਜਾਣਾ 9 ਤੇ ਮੇਰੇ ਕੋਲ 1 2 3 ਕਾਂਸਟੈਂਟਸ ਨੇ -3 ਆਨਸਰ ਬਣ ਗਿਆ ਮੇਰੇ ਕੋਲ 6 फर्स्ट मेरा आंसर है ये। चलिए आगे सेकंड क्वेश्चन है जी the number of generalized coordinate required to describe the motion of rigid body with one of its fixed point। ਹੁਣ ਮੇਰੇ ਕੋਲ ਇੱਕ ਪੁਆਇੰਟ ਕੀ ਕਰ ਦਿੱਤਾ ਗਿਆ ਆ ਫਿਕਸ ਕਰ ਦਿੱਤਾ ਗਿਆ। ਹਾਂਜੀ ਦੇਖੋ ਬੜਾ ਮਜ਼ੇਦਾਰ ਕੁਐਸਚਨ ਆ। ਆਪਾਂ ਇੱਕ ਨੂੰ ਕੀ ਕਰ ਦਿੰਨੇ ਆ ਫਿਕਸ ਕਰ ਦਿੰਨੇ ਆ। ਮੈਂ ਕੀ ਆ देखो जो तो अपने कादी गल करता पाया स्पेस की गल करता पाया कोआर्डिनेट सिस्टम की गल करता पाया आप 3 डिमेंशन का लैके चलना ये देखो मेरे को एक मेरे को एक्स आई आ एक वाई आई एक जेड आई ये मेरे को बन गया पार्टिकल इन रिजिड बॉडी हार्ड बॉडी होएगी ना रिजिड मतलब हार्ड बॉडी कितने होंगी है मेरे को 3 डिमेंशन होंगी है ता करके और अपने ज्यादा दूर जाने की लोड़ ही नहीं। देखो आई की वैल्यू कितनी होगी इतने 1 2 ते 3 तो मेरे को केड़ा पेयर बन जाएगा जो आप चेक करना है 1 पॉइंट आप फिक्स करना ठीक है जी। जो फिक्स किया वो मैं ओरिजिन के उपर फिक्स कर देना। लो जी फिक्स कर दिता ये पॉइंट केड़ा मेरे को 0 0 0 क्लीयर है जी। इनू आप नाम दे दें x1 y1 ते z1 फिक्स हो गया। सैकेंड पॉइंट मैं इतने कोई भी ले लेना x2 y2 z2 थर्ड पॉइंट मैं इतने ले लेना कोई x3 y3 ते z3 ठीक है हुण देखो मेरे को केड़ी कंडीशन बनेगी। एक तो बनेगा मेरे को x2 स्क्वायर प्लस y2 स्क्वायर प्लस y सॉरी z2 स्क्वायर इज इक्वल टू r2 स्क्वायर मीनिंग किया आप ये उपर किया इसे दे उपर घुमा के आप एक तरह का स्फीयर जब बना लिया 3 डिमेंशन दूसरे च देख लो x3 स्क्वायर y3 स्क्वायर z3 स्क्वायर r3 स्क्वायर ठीक है जी। थर्ड मेरे को बनेगा एक इन्होंने दो च बन जाएगा ठीक है जी। एक अपने को इधरों बनाया एक आप इधरों बनाया जो दूजी चेक करना हो तो ठीक है जी। ये जो डिस्टेंस आ मेरे को उन्होंने की नाम दे दिता मैं मेरे को R3 वाला हाँ जी तो ये मेरे को R3 बन जाएगा ये मेरे को R2 बन जाएगा ठीक है आपस ये मेरे को बन जाएगा R समथिंग नाम दे दो इनू ये 2 ते 3 ये R2 3 बन जाएगा। ये डिस्टेंस आप फाइंड कर लेता इन दो पॉइंट दे विच डिस्टेंस हुण इन्हां दोवां दे विच आप फाइंड करांगे तो मेरे को बन जाएगा x2 माइनस x3 का स्क्वायर y2 माइनस y3 का स्क्वायर ते z2 माइनस z3 का कादे बराबर होएगा जेड़ा इहदे विच डिस्टेंस आएगा वो वाला R2 3 का स्क्वायर ठीक है 2 3 लिखना जो मर्जी वैल्यू लिख लो। हुण तुसीं देखो तुहाडे कोल
किन्ने टोटल नंबर ऑफ कॉन्स्टेंट्स हो गए ने 1 ठीक है कॉन्स्टेंट्स किन्ने हो गए ने थोड़े को चेक करना आप एक थोड़े को R1 हो गया एक थोड़े को R2 हो गया एक थोड़े को R23 हो गया एक थोड़े को ये कंडीशन होगी 4 इन्हें भी आप कॉन्स्टेंट्स बोलते हैं एक 5 एक मेरे को 6 टोटल नंबर ऑफ कॉन्स्टेंट्स हो गए मेरे को 6 1 2 ਤੇ 3 ਤਾਂ ਮੈਂ ਕਿਵੇਂ ਫਾਈਂਡ ਕਰਨਾ ਸੀ 3 into 3 minus 6 ਤਾਂ ਮੇਰੇ ਕੋਲ ਆਨਸਰ ਕਿੰਨਾ ਆ ਗਿਆ 3 ਕਲੀਅਰ ਹੈ ਜੀ ਹਾਂਜੀ ਨੈਕਸਟ ਚੈੱਕ ਕਰ ਲਓ ਜੀ ਹਾਂਜੀ ਇਹ ਤਾਂ ਆਪਣੇ ਹੁਣ ਸੌਖੇ ਸੌਖੇ ਕੁਐਸਚਨ ਸਟਾਰਟ ਹੋਣ ਲੱਗੇ ਨੇ ਮੇਰੇ ਕੋਲ ਕੀ ਕਹਿੰਦਾ P disjunction Q false ਕਦੋਂ ਹੋਏਗੀ ਹਾਂਜੀ false ਕਦੋਂ ਹੋਏਗੀ ਆਪਾਂ ਟੇਬਲ ਬਣਾ ਕੇ ਦੇਖੀਏ ਫਟਾਫਟ ਵੈਸੇ ਤਾਂ ਯਾਦ ਹੀ ਹੋ ਜਾਣੀ ਚਾਹੀਦੀ ਆ P 00 ਹੁਣ ਮੈਂ ਇੱਥੇ ਲਿਖ ਦਿੰਦਾ डिसजंक्शन ਤਾਂ ਕਿੰਨੀ ਆ ਗਈ 0 ਆ ਗਈ ਹੁਣ ਅੱਗੇ ਅਗਰ ਇਹਨਾਂ ਚੋਂ ਇੱਕ ਵੀ 1 ਆ ਗਿਆ ਤਾਂ ਇਹਨੇ 1 ਬਣਦੇ ਜਾਣ ਚਲੋ ਲਾਸਟ ਵਾਲਾ 1 1 ਹੀ ਰਹਿ ਗਿਆ 1 1 1 ਦੇਖੋ ਫਾਲਸ ਕਦੋਂ ਬਣੀ ਜਦੋਂ P ਵੀ ਫਾਲਸ ਆ ਤੇ Q ਵੀ ਫਾਲਸ ਆ ਚਲਿਏ ਅੱਗੇ ਨੈਕਸਟ ਦੱਸ ਦਿਓ ਜੀ ਹਾਂਜੀ ਕਰਨਾ ਇਹ ਕਿ ਛੱਡ ਦਈਏ हो जाएंगे सर ये वाले से ਓਕੇ ਜੀ ਮਾੜਾ ਮਾੜਾ ਮੈਂ ਹਿੰਟ ਦੇਈ ਜਾਣਾ ਕਿਹੜਾ ਲਾ ਲਾਣਾ ਆਪਾਂ ਡਿਸਟ੍ਰੀਬਿਊਸ਼ਨ ਲਾ ਲਗਾਉਣਾ ਨਾਲ ਮੇਰੇ ਕੋਲ ਕੀ ਬਣ ਜਾਣਾ ਵਿੱਚ ਸਾਈਨ ਡਿਸਜੰਕਸ਼ਨ ਦਾ ਆਪਸ ਦੇ ਵਿੱਚ ਕੀ ਬਣ ਜਾਣਾ ਇਹਨੇ ਇੱਕ ਮਿੰਟ ਜੀ ਉਲਟਾ ਲਿਖਿਆ ਗਿਆ ਇੱਥੇ ਮੇਰੇ ਕੋਲ ਆ ਜਾਏਗਾ ਕੰਜੰਕਸ਼ਨ ਇੱਥੇ ਆ ਜਾਏਗੀ ਡਿਸਜੰਕਸ਼ਨ ਹੁਣ ਦੇਖੋ P ਤੇ P ਦਾ ਨੇਗੇਸ਼ਨ ਅਗਰ ਇਹ 0 ਆ ਇਹ 1 ਆ ਅਗਰ ਇਹ 1 ਆ ਤੇ ਇਹ 0 ਤੇ ਦੋਨਾਂ ਦੀ ਵਿੱਚ ਡਿਸਜੰਕਸ਼ਨ ਕਰਨੀ ਹੈ ਯਾਨੀ ਕਿ 1 1 ਆ ਗਿਆ ਮਤਲਬ ਹਮੇਸ਼ਾ ਟਰੂ ਆ ਗਿਆ ਇਹ ਮੇਰੇ ਕੋਲ U ਆ ਗਿਆ ਠੀਕ ਹੈ ਜੀ ਇਹ ਮੇਰੇ ਕੋਲ ਇੱਕ ਮਿੰਟ ਆਪਾਂ ਸਿੰਬਲ ਗਲਤ ਨਹੀਂ ਪਾ ਦਿੱਤਾ ਇੱਕ ਮਿੰਟ ਇਹਨੂੰ ਚੈੱਕ ਕਰ ਲਈਏ ਮੈਨੂੰ ਲੱਗਦਾ ਸਿੰਬਲ ਗਲਤ ਪੈ ਗਿਆ ਇਹਦੇ ਤੋਂ ਡਿਸਟ੍ਰੀਬਿਊਸ਼ਨ ਲਾ ਲਗਾਉਣਾ ਆਪਾਂ ਪਹਿਲਾਂ ਇਹਨੂੰ ਵੀ ਆਪਾਂ ਨੂੰ ਸੋਲਵ ਕਰਨਾ ਪੈਣਾ ਸੋਲਵ ਕਰਨਾ ਮਤਲਬ ਕੀ ਆ ਪਹਿਲਾਂ ਆਪਾਂ ਇੱਥੇ ਡਿਮੋਰਗਸ ਲਾ ਲਗਾਉਣਾ ਪੈਣਾ ਇਹਨੇ ਬਣ ਜਾਣਾ P ਨੇਗੇਸ਼ਨ ਇਹਨੇ ਸਾਈਨ ਚੇਂਜ ਹੋ ਜਾਣਾ ਕੰਜੰਕਸ਼ਨ ਨੇ ਡਿਸਜੰਕਸ਼ਨ ਬਣ ਜਾਣਾ ਹਾਂਜੀ ਇਸ ਤਰ੍ਹਾਂ ਬਣੇਗਾ ਕਿਉਂਕਿ ਇਹ ਸਾਰੇ ਦੇ ਬਾਹਰ ਸੀ ਆਪਾਂ P ਦੇ ਬਾਹਰ ਕੰਸੀਡਰ ਕਰਦੇ ਪਏ ਸੀ ਲਓ ਜੀ ਹੁਣ ਕਰਦੇ ਜੀ ਹਾਂਜੀ ਇਹਦੀ ਵੈਲਿਊ U ਬਣ ਜਾਏਗੀ U ਮਤਲਬ ਸਾਰਾ 1 1 ਹੁਣ 1 1 ਦੀ ਜਿਹਦੇ ਨਾਲ ਮਰਜ਼ੀ ਲਾਓਗੇ ਤਾਂ ਤੁਹਾਡੇ ਕੋਲੇ ਆਨਸਰ ਹਮੇਸ਼ਾ 1 ਆਏਗਾ 1 ਆਉਣ ਦਾ ਮਤਲਬ ਕੀ ਹੁੰਦਾ ਟੈਟੋਲੋਜੀ ਠੀਕ ਹੈ ਜੀ ਟੈਟੋਲੋਜੀ ਨੋਟ ਕਰ ਲਓ ਜੀ ਠੀਕ ਹੈ ਜੀ ਨਹੀਂ ਤਾਂ ਇਹਨੂੰ ਟੇਬਲ ਦੇ ਨਾਲ ਸੋਲਵ ਕਰ ਦੇਣਾ ਹਾਂਜੀ ਇਹ ਹੁਣ ਮੈਂ ਛੱਡ ਰਿਹਾ n ਦੀ ਜਸਟ ਵੈਲਿਊ ਕਿੰਨੀ ਫਿਲ ਕਰ ਦਿਓ ਇਹਦੇ ਚ 1 ਫਿਲ ਕਰ ਦਿਓ ਤੁਹਾਡਾ ਆਨਸਰ ਕਿਹੜਾ ਆ ਜਾਏਗਾ ਫਸਟ ਆ ਜਾਏਗਾ 2-3 ਵਾਰ ਸਮ ਕਰ ਚੁੱਕੇ ਆਪਾਂ ਹਾਂਜੀ ਤੁਹਾਨੂੰ ਨੋਟ ਕਰਵਾਇਆ ਹੋਇਆ ਸੀਗਾ ਦੀ ਸਮ ਆਫ ਸਕੁਅਰ ਆਫ ਡੈਰੀਵੇਸ਼ਨ ਇਜ਼ ਅ ਲੀਸਟ ਕਦੋਂ ਹੁੰਦੀ ਆ ਅਬਾਊਟ ਮੀਨ ਹੁੰਦੀ ਆ ਠੀਕ ਹੈ ਜੀ ਇਹ ਕੁਝ ਸਟੇਟਮੈਂਟ ਬੇਸਡ ਕੁਐਸਚਨ ਸੀਗੇ ਜਿਹੜੇ ਐਜ਼ ਇਟ ਇਜ਼ ਆਏ ਹੋਏ ਸੀ ਆਨਸਰ ਸੀ ਜੀ ਹਾਂਜੀ ਮੀਨ ਆਫ 10 ਇਜ਼ ਦਾ ਮੀਨ ਆਫ 10 ਆਬਜ਼ਰਵੇਸ਼ਨ ਇਹਨੂੰ ਆਪਾਂ ਫਸਟ ਮੀਨ ਦਾ ਨਾਮ ਦੇ ਦਿੰਦੇ ਹਾਂ n1 ਦੀ ਵੈਲਿਊ ਕਿੰਨੀ ਆ 10
5 मीन आ मेरे को अनदर सैट आ 5 ऑब्जरवेशन का। तो कंबाइंड मीन फाइंड करना आप। तो कंबाइंड मीन का फार्मूला की होंगे, दोनों ने मल्टीप्लाई करो 100 प्लस 25 अपॉन 15, ये बन जाएगा थोड़े को 125 डिवाइडेड बाय 15। तो सॉल्व करोगे 25/3 बन जाए। हाँ जी नेक्स्ट देख लो जी। हाँ जी करना कि नहीं, वैसे तो कर चुके हैं। दोनों प्रोबेबिलिटी क्या मेरे को इंडिपेंडेंट आ, तो इंडिपेंडेंट आ तो फिर इन्हों मैं की लिख सकता, इथों ही चलते आप। इंडिपेंडेंट आ तो इन्हों की आपस दे विच डॉट कर सकते हैं, नाल ये भी क्या दोनों इक्वल आ, यानी कि तुहाडे कोले प्रोबेबिलिटी S इज इक्वल टू प्रोबेबिलिटी T आ। तो फाइंड किहदी करनी है प्रोबेबिलिटी S दी, तो T दी वैल्यू आप S च फिल कर दिंदे हैं। हाँ जी PS कितना बन गया, स्केयर बन गया, तो उधर जाके रूट बन गया। हाँ जी इधर मैं स्टेप भी लिख देना। क्लियर है जी? देखो कितने सिंपल क्वेश्चन आए सी। हाँ जी इन द कॉज ऑफ टॉसिंग ए ऑर्डिनरी डाई, एग्जॉस्टिव भी आ ते म्यूचुअली एक्सक्लूसिव भी आ। ठीक है जी, दोनों ही है मेरे को। नेक्स्ट चलते हैं जी। हाँ जी हाँ जी आंसर दस दो जी ਇਹਦਾ कितना। ਇਹ डाइस ਆਪਾਂ एक डाइस A ਆ, ਉਹਦੇ ਮੇਰੇ ਕੋਲੇ 4 ਰੈੱਡ ਐਂਡ 2 ਵਾਈਟ ਫੇਸਿਸ ਆ। ਲਓ ਜੀ ਇੱਕ ਆਪਾਂ ਇਹ ਡਾਈਸ ਬਣਾ ਲੈਨੇ ਆ, ਉਹਦੇ 4 ਰੈੱਡ 2 ਵਾਈਟ ਆ। ਇੱਕ ਮੇਰੇ ਕੋਲੇ ਹੋਰ ਡਾਈਸ ਆ B, ਉਹਦੇ ਮੇਰੇ ਕੋਲੇ ਕਿੰਨੇ ਆ 2 ਰੈੱਡ ਆ ਤੇ 4 ਵਾਈਟ ਆ। ਠੀਕ ਆ, ਇੱਕ ਸਿੰਗਲ ਕੋਇਨ ਫਲਿਪ ਕੀਤਾ ਜਾਂਦਾ। ਲਓ ਜੀ ਆਪਾਂ ਇੱਥੇ ਕੋਇਨ ਫਲਿਪ ਕਰ ਦਿੱਤਾ, ਉਹ ਤੇ ਹੈਡ ਜਾਂ ਟੇਲ ਹੁੰਦਾ ਆਪਾਂ ਨੂੰ ਪਤਾ। ਅਗਰ ਮੇਰੇ ਕੋਲੇ ਹੈਡ ਆ ਗਿਆ ਤਾਂ ਗੇਮ ਕੌਣ ਸਟਾਰਟ ਕਰੂਗਾ A। ਲਓ ਜੀ ਇਹਨੂੰ ਕਹਿ ਦਿੰਦੇ ਹੈਡ ਆਨ। देखो हेड ऑन की प्रोबेबिलिटी कितनी होगी 1/2। इधर टेल आ गया तो B स्टार्ट कर देगा, तो टेल की प्रोबेबिलिटी कितनी होती है 1/2। ਹੁਣ ਅੱਗੇ ਕੀ ਕਹਿੰਦਾ, ਕਹਿੰਦਾ प्रोबेबिलिटी गेटिंग रेड फेस। ओके जी रेड फेस आने की प्रोबेबिलिटी इथों कितनी है, रेड फेस ही लिख देने आप सीधा ही 4/6। इधरों रेड फेस आने की प्रोबेबिलिटी कितनी है 2/6। हाँ जी 2/6। ਹੁਣ ਆਪਾਂ ਟੋਟਲ ਕੱਢਣੀ ਆ ਤਾਂ ਵਿੱਚ ਪਲੱਸ ਹੋਏਗਾ, ਆਪਸ ਚ ਮਲਟੀਪਲਾਈ ਕਿੰਨਾ ਆ ਜਾਏਗਾ ਮੇਰੇ ਕੋਲ ਰਿਕੁਆਇਰ ਪ੍ਰੋਬੇਬਿਲਿਟੀ 1/2 into 4/6 plus 1/2 into 2/6। ਤਾਂ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤੁਹਾਡਾ ਓਵਰਆਲ ਆਨਸਰ 1/2 ਆ ਜਾਏਗਾ। ठीक है चेक करना, चेक कर लो। चलिए आगे नेक्स्ट क्वेश्चन चेक करना। दोनों मेरे को किया, एक मेरे को दिता होया A यूनियन B 5 6 इंटरसेक्शन दिता होया मेरे को इन्हां दोवां दे विच 1/3 ते नाल मेरे को गिवन है A कंप्लीमेंट, ओदी वैल्यू कितनी है 1/3। इथों मैं फाइंड कर सकदा प्रोबेबिलिटी A दी 1 दे विचों माइनस कर दो, 1 दे विचों माइनस नहीं करना हुंदा, जस्ट ਇਹਦੇ ਚੋਂ ਇਹਨੂੰ ਮਾਈਨਸ ਕਰ ਦਿਓ, ਯਾਨੀ ਕਿ ਤੁਹਾਡੇ ਕੋਲ ਕੀ ਬਣ ਜਾਣਾ 2/3 ਸਿੱਧਾ ਹੀ। ਠੀਕ ਹੈ 3 ਦੇ ਵਿੱਚੋਂ 1 ਮਾਈਨਸ ਕਰਕੇ ਉੱਪਰ ਲਿਖ ਦਿਆ ਕਰੋ, ਜੋ ਮਰਜ਼ੀ ਜਦੋਂ ਤੁਸੀਂ ਕੰਪਲੀਮੈਂਟ ਫਾਈਂਡ ਕਰਨਾ ਹੋਵੇ ਤਾਂ ਸੌਖਾ ਹੋ ਜਾਏਗਾ, ਇੱਕ ਸਟੈਪ ਬਚ ਜਾਂਦਾ ਆਪਣੇ ਕੋਲ। ਹਾਂਜੀ ਯੂਨੀਅਨ ਵਾਲਾ ਫਾਰਮੂਲਾ ਅਪਲਾਈ ਕਰਨ ਲੱਗਿਆ, ਕਿੰਨਾ ਹੋ ਜਾਏਗਾ 5/6 ਇਜ਼ ਇਕੁਅਲ ਟੂ ਪ੍ਰੋਬੇਬਿਲਿਟੀ ਆਫ A 2/3 ਪ੍ਰੋਬੇਬਿਲਿਟੀ ਆਫ B ਮਾਈਨਸ ਪ੍ਰੋਬੇਬਿਲਿਟੀ A ਇੰਟਰਸੈਕਸ਼ਨ B। ਉਹਦੀ ਵੈਲਿਊ ਮੇਰੇ ਕੋਲ ਗਿਵਨ ਹੈ, ਮੈਂ ਸਿੱਧੀ ਹੀ ਫਿਲ ਕਰ ਦਿੱਤੀ, ਫਾਰਮੂਲਾ डी लिखा जी। सॉल्व करके चेक कर लो जी कितनी वैल्यू आ रही है 5/6 माइनस 2/3 प्लस 1/3। एलसीएम ले लो 6 आ गया जी, 5 माइनस 4 प्लस 2 3/6 आ गया ते 1/2 आ गया। हम चेक करना पहला इंडिपेंडेंट है कि नहीं। इंडिपेंडेंट का मतलब की होंदा प्रोबेबिलिटी A इंटरसेक्शन B किहदे बराबर आवे प्रोबेबिलिटी A डॉट प्रोबेबिलिटी B।
ਇਹਦੀ ਵੈਲਿਊ ਤਾਂ ਮੇਰੇ ਕੋਲੇ 1/3 ਗਿਵਨ ਆ, ਇਹਦੀ ਚੈੱਕ ਕਰਨੀ ਆ। ਦੇਖੋ ਇਹ ਮੇਰੇ ਕੋਲੇ 2/3 ਸੀ, ਪ੍ਰੋਬੇਬਿਲਿਟੀ b ਦੀ ਮੈਂ ਕੱਢ ਦਿੱਤੀ ਆ 1/2। ਦੇਖੋ ਦੋਨੋਂ ਬਰਾਬਰ ਆਂਗਾ, ਯਾਨੀ ਕਿ 1/3 ਇਜ਼ ਇਕੁਅਲ ਟੂ 1/3। ਤਾਂ ਮੇਰੇ ਕੋਲੇ ਕੀ ਆ ਗਿਆ, ਫਸਟ ਹੀ ਆ ਗਿਆ ਇੰਡੀਪੈਂਡੈਂਟ। ਬਾਕੀ ਚੈੱਕ ਕਰਨ ਦੀ ਜ਼ਰੂਰਤ ਹੀ ਨਹੀਂ। ਮਿਊਚੁਅਲੀ ਐਕਸਕਲੂਸਿਵ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੁਝ ਵੀ ਕਾਮਨ ਨਾ ਹੋਵੇ, ਠੀਕ ਹੈ। ਇਹਨਾਂ ਦੇ ਇੰਟਰਸੈਕਸ਼ਨ ਦੇ ਵਿੱਚ ਕੁਝ ਆ ਰਿਹਾ, ਮਤਲਬ ਮਿਊਚੁਅਲੀ ਐਕਸਕਲੂਸਿਵ ਤਾਂ ਹੋਣਗੇ ਨਹੀਂ। ਐਗਜ਼ੌਸਟਿਵ ਦਾ ਮਤਲਬ ਕੀ ਹੁੰਦਾ, ਜਦੋਂ ਆਪਾਂ ਇਹਨਾਂ ਸਾਰਿਆਂ ਦੀ ਜਿੰਨੇ ਵੀ ਸੈੱਟ ਆ ਉਹਨਾਂ ਦੀ ਅਗੇਨ ਯੂਨੀਅਨ ਕਰਦੇ ਆ, ਉਹ ਮੇਰੇ ਕੋਲੇ ਸੈੱਟ ਗਿਵਨ ਆ ਜੇ, ਠੀਕ ਹੈ। ਉਹਨੂੰ ਬੋਲਦੇ ਆਪਾਂ ਮਿਊਚੁਅਲੀ ਐਕਸਕਲੂਸਿਵ। ਚਲਿਏ ਆਪਣਾ ਪਹਿਲਾ ਹੀ ਆਨਸਰ ਆ ਗਿਆ ਸੀ, ਆਪਾਂ ਅੱਗੇ ਜਾਣ ਦੀ ਜ਼ਰੂਰਤ ਨਹੀਂ। ਹਾਂਜੀ, ਫਾਈਂਡ ਕਰਨਾ ਪ੍ਰੋਬੇਬਿਲਿਟੀ a ਗਿਵਨ b ਦੀ। ਤਾਂ ਇਹਦੇ ਨਾਲ ਦੇ ਕੁਐਸਚਨ ਕਾਫੀ ਕਰ ਚੁੱਕੇ ਆ। ਹੁਣ ਜੇ ਕਹਿੰਦੇ ਆ ਤਾਂ ਕਰ ਦਿੰਨਾ ਹੈ, ਨਹੀਂ ਤਾਂ ਮੈਂ ਛੱਡ ਰਿਹਾ ਇਹਨੂੰ। ਬੋਲ ਦਿਓ ਜੀ, ਇੱਥੇ p ਵੀ ਲੱਗਾ ਹੋਣਾ ਚਾਹੀਦਾ ਸੀਗਾ, p ਲੱਗਾ ਨਹੀਂ ਹੋਇਆ। ਕਰ ਲਾਂਗੇ ਸਰ। ਹਾਂਜੀ ਓਕੇ, ਮੈਂ ਸਕਿਪ ਕਰ ਰਿਹਾ ਜੀ। ਇਹਦਾ ਆਨਸਰ ਕਿੰਨਾ ਆ, 2/3। ਹਾਂਜੀ ਇਹ ਕਰ ਲੈਨੇ ਆਪਾਂ ਜੀ। ਪ੍ਰੋਬੇਬਿਲਿਟੀ ਡਿਸਟ੍ਰੀਬਿਊਸ਼ਨ ਆ ਜੁਆਇੰਟ। ਤਾਂ ਮੈਂ c ਦੀ ਵੈਲਿਊ ਫਾਈਂਡ ਕਰਨੀ ਹੈ। ਦੇਖੋ x ਕਿੱਥੋਂ ਮੂਵ ਕਰ ਰਿਹਾ, 0 ਤੋਂ ਲੈ ਕੇ 2 ਤੱਕ, y ਕਿੱਥੋਂ ਮੂਵ ਕਰ ਰਿਹਾ, 0 ਤੋਂ ਲੈ ਕੇ 2 ਤੱਕ। ਲਓ ਜੀ, x ਦੀ ਵੈਲਿਊ 0 ਤੋਂ 2, y ਦੀ ਵੈਲਿਊ 0 ਤੋਂ 2। c 2x plus y dx ਕਿਹਦੇ ਬਰਾਬਰ ਹੋਏਗਾ, ਇਹ 1 ਦੇ ਬਰਾਬਰ ਹੋਏਗਾ ਹਮੇਸ਼ਾ ਹੀ, ਕਿਉਂਕਿ ਪ੍ਰੋਬੇਬਿਲਿਟੀ ਦਾ ਸਮ ਹਮੇਸ਼ਾ 1 ਦੇ ਬਰਾਬਰ ਹੁੰਦਾ। ਲਓ ਜੀ, ਪਹਿਲਾ ਓਕੇ dx dy ਰਹਿ ਗਿਆ। ਪਹਿਲਾਂ ਇਹਨੂੰ ਵਿਦ ਰਿਸਪੈਕਟ ਟੂ y ਕਰ ਦਿਓ, ਜਿਹੜਾ ਆਨਸਰ ਆਏਗਾ ਫਿਰ ਉਹਨੂੰ ਵਿਦ ਰਿਸਪੈਕਟ ਟੂ x ਕਰ ਦਿਓ। ਲਓ ਜੀ, c ਬਾਹਰ ਨਿਕਾਲ ਲੈਨੇ ਆ। 0 to 2 ਪਹਿਲਾਂ ਮੈਂ y ਦੇ ਵਿਦ ਰਿਸਪੈਕਟ ਟੂ ਕਰਨ ਲੱਗਾ, ਇਹ ਬਣਦਾ 2xy plus y square divided by 2। ਨਾਲ ਰਹਿ ਗਿਆ ਮੇਰੇ ਕੋਲ ਜਸਟ dx, 0 ਤੋਂ ਲੈ ਕੇ 2 ਫਿਲ ਕਰਨਾ ਮੈਂ ਇਹਦੇ ਚ। ਹਾਂਜੀ ਦੇਖੋ ਕੀ ਆਨਸਰ ਬਣ ਗਿਆ ਮੇਰੇ ਕੋਲ, c 0 ਤੋਂ ਲੈ ਕੇ 2 ਫਿਲ ਕੀਤਾ, ਇਹਨੇ ਬਣ ਜਾਣਾ 4x। ਫਿਰ ਫਿਲ ਕੀਤਾ ਅਗਲੇ ਚ, ਇਹਨੇ ਵਿੱਚ ਜਸਟ ਰਹਿ ਜਾਣਾ ਮੇਰੇ ਕੋਲ 2 dx। ਹਾਂਜੀ ਵੈਸੇ ਤਾਂ ਤੁਸੀਂ ਇਕੱਠਾ ਹੀ ਕਰ ਸਕਦੇ ਸੀਗੇ x ਤੇ y ਦਾ, ਫਿਰ ਵੈਲਿਊ ਵੀ ਇਕੱਠਿਆਂ ਫਿਲ ਕਰ ਸਕਦੇ ਸੀ, ਠੀਕ ਹੈ। ਪਰ ਆਪਾਂ ਸੈਪਰੇਟ ਕਰ ਦਿੰਦੇ, ਕੋਈ ਦਿੱਕਤ ਨਹੀਂ। 4x by x square by 2, ਇਹਨੇ ਮੰਨਣਾ 2x। 0 to 2 1। ਹਾਂਜੀ ਆਨਸਰ ਚੈੱਕ ਕਰ ਲਓ ਜੀ ਕਿੰਨਾ ਆ ਰਿਹਾ। 2 ਫਿਲ ਕੀਤਾ, ਇਹ 2 ਨਾਲ 2 ਕੈਂਸਲ ਹੋ ਗਿਆ, ਠੀਕ ਹੈ ਜੀ। ਕਿੰਨਾ ਬਣ ਗਿਆ, 2 into 4 plus 2 into 2। ਤਾਂ c ਦੀ ਵੈਲਿਊ ਕਿੰਨੀ ਆ ਗਈ, ਦੇਖੋ ਇਹਨਾਂ ਸਾਰਿਆਂ ਨੂੰ ਸਮ ਕਰੋਗੇ ਤਾਂ 12 ਆ ਗਿਆ, ਯਾਨੀ ਕਿ 1/12। ਤਾਂ d ਮੇਰਾ ਆਨਸਰ ਸੀ। ਚਲਿਏ ਅੱਗੇ। ਹਾਂਜੀ ਪ੍ਰੋਬੇਬਿਲਿਟੀ ਓਕੇ ਜੀ। ਹੁਣ ਇਹ ਤਾਂ ਨਹੀਂ ਕਰਨ ਦੀ ਜ਼ਰੂਰਤ ਮੇਰੇ ਹਿਸਾਬ ਨਾਲ, ਪਤਾ ਨਹੀਂ ਕਿੰਨੀ ਵਾਰ ਕਰ ਚੁੱਕੇ ਆ, ਠੀਕ ਹੈ। ਹਰ ਪੇਪਰ ਦੇ ਵਿੱਚ ਇਹ ਸਮ ਆਇਆ ਹੋਇਆ, ਤੁਸੀਂ ਹੁਣ ਤੱਕ ਨੋਟ ਕੀਤਾ ਹੈ। ਜਿੰਨੇ ਪੇਪਰ ਵੀ ਆਪਾਂ ਸੋਲਵ ਕਰੇ ਹਰ ਇੱਕ ਦੇ ਵਿੱਚ ਕੁਐਸਚਨ ਆਇਆ ਹੋਇਆ, ਤਾਂ ਹੁਣ ਤਾਂ ਆਨਸਰ ਵੀ ਯਾਦ ਆ, 4/15। ਠੀਕ ਹੈ, ਆਪਾਂ ਕਿੱਥੇ ਡਿਸਕਸ ਕੀਤਾ ਹੋਇਆ, ਸਾਰੀਆਂ 올ਡ ਵੀਡੀਓ ਚ। ਹਾਂਜੀ ਸਰ। ਠੀਕ ਹੈ ਜੀ। ਆਨਸਰ ਡਾਇਰੈਕਟ ਲਿਖ ਦਿੱਤਾ, ਇਹ ਨਹੀਂ ਹੁਣ ਆਪਾਂ ਕਰ ਰਹੇ, ਕਿਉਂਕਿ ਆਪਾਂ ਟਾਈਮ ਬਚਾ ਲਈਏ ਜਿੰਨਾ ਕੁ ਬਚ ਸਕਦਾ। ਹਾਂਜੀ phi is the characteristic function। ਅਗਰ ਕਰੈਕਟਰਿਸਟਿਕ ਫੰਕਸ਼ਨ ਆ ਤਾਂ ਮੇਰੇ ਕੋਲ ਇਹ ਸਾਰੀਆਂ ਕੰਡੀਸ਼ਨਸ ਹੋਲਡ ਕਰਦੀਆਂ, ਤਾਂ ਤੁਸੀਂ ਇਹਦਾ ਆਨਸਰ ਲਿਖ ਲਓ all of above। ਠੀਕ ਹੈ, ਜਿਹੜਾ ਕਰਵਾਉਣ ਵਾਲਾ ਉਹ ਮੈਂ ਕਰਵਾਉਂਗਾ ਵੀ। ਹੁਣ ਇਹ ਮੇਰੇ ਕੋਲ all of above। ਨੈਕਸਟ ਜੀ, ਕਾਦੀ ਡੈਫੀਨੇਸ਼ਨ ਹੈ ਇਹ, ਮੇਰੇ ਕੋਲੇ ਕਨਵਰਜ ਦੀ ਡੈਫੀਨੇਸ਼ਨ ਹੈ ਇਨ ਪ੍ਰੋਬੇਬਿਲਿਟੀ। ਤਾਂ ਮੇਰੇ ਕੋਲੇ ਉਹਦੀ ਡੈਫੀਨੇਸ਼ਨ ਕੀ ਹੋਏਗੀ, ਲਿਮਿਟ n approaches to infinity, probability xn minus a। ਇਹਨਾਂ ਦਾ ਡਿਫਰੈਂਸ ਕਿੰਨਾ ਹੋਣਾ ਚਾਹੀਦਾ, ਐਪਸਾਈਲਨ ਤੋਂ ਛੋਟਾ ਹੋਣਾ ਚਾਹੀਦਾ, is equal to 1। ਨੈਕਸਟ ਚੱਲਦੇ ਹਾਂ ਜੀ, ਐਜ਼ ਇਟ ਇਜ਼ ਸਟੇਟਮੈਂਟ ਹੀ ਹੈ ਜੀ। ਠੀਕ ਹੈ, ਸਟੇਟਮੈਂਟ ਨੂੰ ਆਪਾਂ ਕੀ ਪ੍ਰੂਫ ਕਰਾਂਗੇ। ਹਾਂਜੀ ਇਹ ਤੁਹਾਨੂੰ ਕੱਲ ਦੀ ਵੀਡੀਓ ਚ ਦੱਸਿਆ ਸੀਗਾ, ਦੋ ਤਰ੍ਹਾਂ ਦੀ, ਇੱਕ ਇਨਕੁਐਲਿਟੀ ਦੇ ਉੱਪਰ ਸਮ ਆ ਜਾਂਦਾ। ਕੱਲ ਇਨਕੁਐਲਿਟੀ ਦਿੱਤੀ ਸੀ ਤੇ ਥਿਊਰਮ ਦਾ ਨਾਮ ਪੁੱਛ ਲਿਆ ਸੀ, ਅੱਜ ਥਿਊਰਮ ਦਾ ਨਾਮ ਦੇ ਦਿੱਤਾ ਤੇ ਇਨਕੁਐਲਿਟੀ ਪੁੱਛ ਲਈ। ਹਾਂਜੀ ਤਾਂ ਇਨਕੁਐਲਿਟੀ ਕਿਹੜੀ ਬਣਦੀ ਮੇਰੇ ਕੋਲ, ਸ਼ਿਵ ਇਨਕੁਐਲਿਟੀ ਦਾ
P x ਮਾਈਨਸ ਮੀਨ, ਮਿਊ ਨੂੰ ਮੀਨ ਬੋਲਦੇ ਆਪਾਂ, ਠੀਕ ਹੈ ਜੀ, ਗ੍ਰੇਟਰ ਦੈਨ ਇਕੁਅਲ ਟੂ K ਸਿਗਮਾ, ਸਿਗਮਾ ਦਾ ਮਤਲਬ ਹੁੰਦਾ ਸਟੈਂਡਰਡ ਡੇਵੀਏਸ਼ਨ, ਲੈਸ ਦੈਨ 1 ਓਵਰ K, ਠੀਕ ਹੈ। K ਮੇਰੇ ਕੋਲੇ ਕੋਈ ਕੀ ਹੈ, ਕਾਂਸਟੈਂਟ। चलिए कि स्टेटमेंट है भी, हाँ जी। मार्को चेन की आ अपने तो पिछले दे ऊपर डिपेंडेंट होंदी है। देखो आ किसी ते भी डिपेंडेंट नहीं, ये भी किसी ते नहीं डिपेंडेंट, जस्ट फर्स्ट पिछले ते डिपेंडेंट है। ठीक है, देखो पिछले ते डिपेंडेंट होगी, फर्स्ट मेरा आंसर है मार्को चेन का। हाँ जी, ये करवाउण वाला ये आपां करदे आ, ठीक है। जिथे जिहड़ा भी सम न्यूमेरिकल होया वो मैं जरूर करवाऊंगा तुहानूं। देखो दी कोएफिशिएंट ऑफ डिस्पर्शन बोलिया, कोएफिशिएंट ऑफ डिस्पर्शन आपां किवें बोलदे हुंदे सीगे, सिग्मा अपॉन मीन। आया यार जी, कोएफिशिएंट ऑफ डिस्पर्शन जो आपां स्टैटिक्स कीता सीगा, ओहदा लास्ट टॉपिक सीगा। हाँ जी सर। ठीक है जी। हुण मेरे कोले किहड़ी डिस्ट्रीब्यूशन आ, पॉइजन डिस्ट्रीब्यूशन। पॉइजन दे विच मेरे कोले मीन ते वेरिएंस बराबर हुंदे आ। लो जी, ओहदी वैल्यू मेरे कोले 4 आ, ते आपां नूं पता वेरिएंस किहदे बराबर हुंदा, जदों मैं स्टैंडर्ड डिवीजन दा स्केयर करदा। तो इथों मैं स्टैंडर्ड डिवीजन कढ लेना जी। स्टैंडर्ड डिवीजन मेरे को कितनी आ जाएगी, 4। इधरों मैं वेरिएंस 4 आ, ओहदा मैनूं की करना पैना, फिर रूट करना पैना, स्केयर हटाया था, स्टैंडर्ड डिवीजन मेरे को कितना आ गया, 2 आ गया। इस वैल्यू फिल कर देने 2 अपॉन मीन, मीन मेरे को कितना आया 4, आंसर कितना आ गया 1/2। जे कल्ला स्टैंडर्ड डिवीजन मेरे को पूछा हुंदा फिर मेरा आंसर कितना सीगा 2। ठीक है, डिस्पर्शन पूछ लिया उसने, कोएफिशिएंट ऑफ डिस्पर्शन। हाँ जी, शाई स्केयर दा मीन ते वेरिएंस एज इट इज स्टेटमेंट आ n एंड 2n, ये मेरे को मीन होएगा, म्यू ना नोट कर देने आ, वेरिएंस सिग्मा स्केयर कर देना। हाँ जी, फॉर दी नॉर्मल डिस्ट्रीब्यूशन एरिया ऑफ राइट टू दी पॉइंट, नॉर्मल डिस्ट्रीब्यूशन किस तरह की होंदी है मेरे को, इस तरह की। हुण एदा कैन नॉर्मल डिस्ट्रीब्यूशन, हाँ जी, नॉर्मल डिस्ट्रीब्यूशन अपने को की कह रही है भी एक पॉइंट जिथे मेरे को हाईएस्ट वेरिएशन होंदी आ, बाकी हमेशा मेरे को एक नॉर्मल वेव दे विच रहिंदे आ। तो हुण मेरे को की कह रहे, देखो इत्थे मेरे को की आ x1, उत्थे मेरे को की आ द नॉर्मल डिस्ट्रीब्यूशन एरिया ऑफ द राइट इज 0.6, इधर मेरे को 0.6 एरिया, इत्थे मेरे को कोई भी किया x2 है, इहदे लेफ्ट साइड दे वाला वो मेरे को किया 0.7। हुण देखो जिधर एरिया घट आ वो मेरे को छोटा होएगा, x लेस देन x2 आ गया। तो आंसर मेरा किहड़ा है, बी। हाँ जी, नेक्स्ट देख लो जी, ये भी स्टेटमेंट है मेरे को कादी, जो मेरे को tn कंसिस्टेंट होंदा, तो मेरे को लिमिट n अप्रोचेस टू इनफिनिटी। ठीक है, जिन्नियां भी स्टेट एज इट इज ही तुसी दिमाग दे विच रखनी है, क्योंकि ਇਹਦੇ ਵਿੱਚੋਂ काफी सारे क्वेश्चन ਤੁਹਾਨੂੰ ਇਦਾਂ ਹੀ ਮਿਲਣਗੇ। ठीक है जी, एज इट उवें देखो फर्स्ट भी आ, पर आप मॉडलस वाला लेना है। ठीक है जी, नाल ग्रेटर देन वाला लेना। एज इट इज स्टेटमेंट है भी है जी, न्यूमन पियर्सन लेमा, बेस्ट क्रिटिकल रीजन फॉर टेस्टिंग वन नल हाइपोथेसिस अगेन दी अल्टरनेटिव की होएगा, सिंपल 1 सिंपल होएगा ते 2 भी मेरे को की होएगा सिंपल होएगा। नोट कर लो जी, ये स्टेटमेंट है इसे दी लाइकलीहुड रेशो टेस्ट दे विच की हुंदा मेरे को, फिर आप 1 ते 2 फर्स्ट मेरे को किनू डिनोट करदा पिया, नल हाइपोथेसिस नू, सैकंड मेरे को अल्टरनेटिव।
ਤਾਂ ਮੇਰੇ ਕੋਲ ਅਗਰ ਫਸਟ ਕੀ ਹੋਇਆ ਸਿੰਪਲ ਹੋਏਗਾ ਜਾਂ ਕੰਪੋਜ਼ਿਟ ਹੋਏਗਾ, ਸਿਮਿਲਰ ਮੇਰੇ ਕੋਲ ਸੈਕੰਡ ਜਾਂ ਸਿੰਪਲ ਹੋਏਗਾ ਜਾਂ ਕੰਪੋਜ਼ਿਟ, ਐਜ਼ ਇਟ ਇਜ਼ ਮੇਰੇ ਕੋਲ ਆਨਸਰ ਹੈ ਜੀ ਇਹਦਾ। ਹਾਂਜੀ ਐਫ ਟੈਸਟ ਸਾਰੀਆਂ ਆਬਜ਼ਰਵੇਸ਼ਨ ਮੇਰੇ ਕੋਲ ਕੀ ਆ ਐਪਲੀਕੇਬਲ ਆ ਕਿ ਜਿੰਨੇ ਵੀ ਇਹ ਸਾਰੇ ਮੇਰੇ ਕੋਲ ਜਸਟ ਕੀ ਆ ਇੱਕ ਮੇਰੇ ਕੋਲ ਸਟੇਟਮੈਂਟ ਬੇਸਡ ਕੁਐਸਚਨਸ ਨੇ, ਆਲ ਆਫ ਟਰੂ। ਠੀਕ ਹੈ, ਇਹਨੂੰ ਕੀ ਸੋਲਵ ਕਰਾਂਗੇ ਆਪਾਂ। ਹਾਂਜੀ ਇਹ ਵੀ ਸਟੇਟਮੈਂਟ ਆਪਣੇ ਕੋਲੇ, ਆਨਸਰ ਕਿੰਨਾ ਇਹਦਾ ਬੀ ਆ। ਨੈਕਸਟ ਦੇਖਦੇ ਹਾਂ ਜੀ। ਹਾਂਜੀ ਇਹ ਕਰਨ ਵਾਲਾ ਇਹ ਆਪਾਂ ਕਰਦੇ ਹਾਂ ਜੀ। ਇੱਕ ਮੇਰੇ ਕੋਲ ਕੀ ਦੇਖੋ ਕੀ ਕਹਿ ਰਿਹਾ, ਇਨ ਦੀ ਕੇਸ ਆਫ ਰੈਂਡਮ ਸੈਂਪਲਿੰਗ ਵਿਦ ਰਿਪਲੇਸਮੈਂਟ ਦੀ ਪ੍ਰੋਬੇਬਿਲਿਟੀ ਆਫ 2 specified unit in a population of size n included the sample of, ਹੁਣ ਮੇਰੇ ਕੋਲ ਸੈਂਪਲ ਸਾਈਜ਼ ਮੈਂ n ਲੈ ਲਿਆ ਤੇ ਦੂਸਰਾ ਮੇਰੇ ਕੋਲ ਕਿੰਨਾ ਆ, ਜਿਹੜਾ ਵੱਡਾ ਆਪਣੇ ਕੋਲੇ ਕੀ ਆ ਟੋਟਲ ਜਿਹੜਾ ਸਾਈਜ਼ ਆ ਉਹ n ਆ, ਤਾਂ ਮੇਰੇ ਕੋਲ ਪ੍ਰੋਬੇਬਿਲਿਟੀ ਫਾਈਂਡ ਕਰਨੀ ਹੈ। ਤਾਂ ਫਸਟ ਮੇਰੇ ਕੋਲ ਕੀ ਹੋ ਗਿਆ, ਇਹ ਵਾਲਾ ਸੈਂਪਲ ਲੈ ਲਿਆ n ਦੇ ਵਿੱਚ, ਫਿਰ ਮੈਂ ਰਿਪਲੇਸ ਕਰ ਦਿੱਤਾ, ਮਤਲਬ ਕੋਈ ਘਟਿਆ ਨਹੀਂਗਾ, ਤਾਂ ਮੇਰੇ ਕੋਲ ਕੀ ਬਣ ਜਾਏਗਾ n/n। ਤਾਂ ਟੋਟਲ ਮੇਰੇ ਕੋਲ ਕੀ ਬਣ ਜਾਏਗਾ n/n ਦਾ ਸਕੁਅਰ, ਯਾਨੀ ਕਿ ਇਹ ਇਹਦੇ ਵਿੱਚ ਹੀ ਸੀ, ਆਪਣੇ ਕੋਲੇ ਪੋਪੂਲੇਸ਼ਨ ਸੀ ਜਿਹਦੇ ਵਿੱਚ ਆਪਾਂ ਇੱਕ ਸੈਂਪਲ ਲਏ ਸੀ n। ਇਹ ਮੇਰੇ ਕੋਲੇ ਕੀ ਰਿਕੁਆਇਰਡ ਆਨਸਰ ਆ ਗਿਆ। ਪ੍ਰੋਬੇਬਿਲਿਟੀ ਕਿੰਨੀ ਹੈ, ਟੋਟਲ ਅਪਨ ਰਿਕੁਆਇਰਡ, ਟੋਟਲ ਮੇਰੇ ਕੋਲੇ n ਸੀ, ਰਿਕੁਆਇਰਡ ਮੇਰੇ ਕੋਲੇ ਕਿੰਨਾ ਸੀ ਸਮਾਲ n। ਠੀਕ ਹੈ, ਕੈਪੀਟਲ n ਸੀ ਇੱਕ ਸਮਾਲ n ਸੀ। ਹਾਂਜੀ ਸੈਂਪਲ ਰੈਂਡਮ ਸੈਂਪਲਿੰਗ ਇਜ਼ ਯੂਜ਼ਲੀ ਪ੍ਰੈਫਰਡ ਵੈਨ ਦੀ ਨੇਚਰ ਆਫ ਪੋਪੂਲੇਸ਼ਨ। ਹਾਂਜੀ ਸੈਂਪਲਿੰਗ ਆਪਾਂ ਕਦੋਂ ਪ੍ਰੈਫਰਡ ਕਰਦੇ ਹਾਂ, ਜਦੋਂ ਹੋਮੋਜੀਨੀਅਸ ਹੋਵੇ। ਹੋਮੋਜੀਨੀਅਸ ਮਤਲਬ ਡਾਟਾ ਸਾਰਿਆਂ ਦਾ ਸੇਮ ਹੋਵੇ। ਮੰਨ ਲਓ ਆਪਾਂ ਕੋਈ ਐਕਸਪੈਰੀਮੈਂਟ ਕਰ ਰਹੇ ਹਾਂ, ਵੈਕਸੀਨ ਦਾ ਹੀ ਹੁਣ ਜਿਵੇਂ ਹੋ ਰਿਹਾ ਸੀਗਾ, ਹੁਣ ਉਹਦੇ ਵਿੱਚ ਬੱਚੇ ਐਗਜ਼ੈਂਪਟ ਕਰ ਦਿੱਤੇ ਗਏ ਸੀ, ਜਿਵੇਂ ਕਹਿ ਰਹੇ ਸੀਗੇ 18 ਤੋਂ ਲੈ ਕੇ 45 ਸਾਲ ਵਾਲਾ। ਮੀਨ ਇਹ ਮੇਰੇ ਕੋਲੇ ਕੀ ਆ ਹੋਮੋਜੀਨੀਅਸ ਇੱਕ ਪੋਪੂਲੇਸ਼ਨ ਕਰ ਦਿੱਤੀ ਹੈ, ਮੀਨ ਕਿ ਇੱਕ ਸਪੈਸੀਫਿਕ ਜਿਨ੍ਹਾਂ ਦੇ ਵਿੱਚ ਸਾਰਿਆਂ ਦੇ ਵਿੱਚ ਕੀ ਆ ਸੇਮ ਸਿੰਪਟਮਸ ਹੋਣ। ਤਾਂ ਮੇਰੇ ਕੋਲ ਜਦੋਂ ਵੀ ਆਪਾਂ ਸੈਂਪਲਿੰਗ ਕਰਦੇ ਹਾਂ ਤਾਂ ਆਪਣੀ ਨੇਚਰ ਆਫ ਕੀ ਹੁੰਦੀ ਆ ਹੋਮੋਜੀਨੀਅਸ ਰੱਖਦੇ ਆ, ਮਤਲਬ ਇੱਕੋ ਜਿਹੀ ਹੋਵੇ, ਫਰਕ ਨਾ ਆਵੇ ਆਪਣੇ ਕੋਲ। ਹਾਂਜੀ ਦੋ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ, ਇੱਕ ਪ੍ਰੋਡਕਟ ਵਾਲਾ ਆਉਂਦਾ, ਇੱਕ ਸਮ ਵਾਲਾ ਆਉਂਦਾ। ਅਗਰ ਤੁਹਾਡੇ ਕੋਲੇ ਪ੍ਰੋਡਕਟ ਆਇਆ ਤਾਂ ਤੁਹਾਡੇ ਕੋਲੇ ਨੈਗੇਟਿਵ ਹੋਏਗਾ, ਅਗਰ ਤੁਹਾਡੇ ਕੋਲੇ ਸਮ ਆਇਆ ਤਾਂ ਪੋਜ਼ਿਟਿਵ ਹੋਏਗਾ ਐਸਟੀਮੇਟਰ ਦੇ ਉੱਪਰ। ਠੀਕ ਹੈ, ਨੋਟ ਕਰ ਲਓ ਜੀ, ਅਗਰ ਪ੍ਰੋਡਕਟ ਆਇਆ ਨੈਗੇਟਿਵ ਆ, ਸਮ ਆਇਆ ਤਾਂ ਪੋਜ਼ਿਟਿਵ। ਇਹਦਾ ਆਨਸਰ ਮੇਰੇ ਕੋਲ ਕਿਸੇ ਨੈਗੇਟਿਵ। ਦੋਨੋਂ ਕੁਐਸਚਨ ਆਏ ਹੋਏ ਨੇ। ਹਾਂਜੀ ਇਹ ਤਾਂ ਅੱਜ ਹੀ ਆਪਾਂ ਮਾਰਨਿੰਗ ਕਰਕੇ ਹਟੇ ਹੋਣੇ। ਲੈਟਨ ਸਕੇਅਰ ਵਿਦ m ਟ੍ਰੀਟਮੈਂਟਸ ਦੀ ਟੋਟਲ ਡਿਗਰੀ ਆਫ ਹਾਂਜੀ ਫਰੀडम ਫਾਰ a ਫਿਕਸ ਇਫੈਕਟ। ਟੋਟਲ ਆ ਤਾਂ ਮੇਰੇ ਕੋਲ ਕੀ ਹੁੰਦਾ ਸੀ m ਸਕੇਅਰ -1। ਠੀਕ ਆ, ਅਗਰ ਮੇਰੇ ਕੋਲ ਸਮ ਆਫ ਐਰਰ ਬੋਲ ਦਿੰਦਾ ਫਿਰ ਮੇਰੇ ਕੋਲ ਕਿੰਨਾ ਹੋਣਾ ਸੀ ਫਸਟ ਵਾਲਾ। ਹਾਂਜੀ ਆਨਸਰ ਯਾਦ ਆ ਜੀ, 2⁴ ਕਿੰਨਾ ਹੋ ਗਿਆ ਮੇਰੇ ਕੋਲੇ। ਐਕਸਪੈਰੀਮੈਂਟ ਦੀ ਨੰਬਰ ਆਫ ਟ੍ਰੀਟਮੈਂਟਸ ਕਿੰਨੇ ਹੋਣਗੇ 16। ਹਾਂਜੀ ਕਿਹੜਾ ਆਪਣੇ ਕੋਲੇ ਬੈਲੈਂਸ ਇਨਕੰਪਲੀਟ ਬਲੌਕ ਡਾਇਗਰਾਮ ਡਿਜ਼ਾਈਨ, ਸੌਰੀ BIBD। ਹੁਣ ਮੇਰੇ ਕੋਲੇ ਕੀ ਇਹਦੇ ਚ VBRK ਲੈਮਡਾ, ਤਾਂ ਕਿਹੜੀਆਂ ਕਿਹੜੀਆਂ ਕੰਡੀਸ਼ਨ ਸੀ ਇਹਦੇ ਚ ਹੋਲਡ ਕਰਦੀਆਂ। ਫਸਟ ਵੀ ਸੀਗੀ, ਸੈਕੰਡ ਵੀ ਸੀ, ਥਰਡ ਵੀ ਸੀ। ਤਾਂ ਮੇਰੇ ਕੋਲ ਆਨਸਰ ਕੀ ਆ ਗਿਆ ਡੀ, all of these। ਹਾਂਜੀ ਆਲ ਆਫ ਮਾਰਨਿੰਗ ਆਪਾਂ ਇਹਦੀ ਡਿਸਕਸ਼ਨ ਕਰੀ ਅੱਜ। ਹਾਂਜੀ ਕਿਹੜਾ ਸੀਰੀਜ਼ ਆ ਮੇਰੇ ਕੋਲੇ, ਰਿਲਾਇਬਿਲਿਟੀ ਚੈੱਕ ਕਰਨੀ ਆ ਸੀਰੀਜ਼ ਦੀ, ਸੀਰੀਜ਼ ਆਫ ਸਿਸਟਮ, ਮਤਲਬ ਇੱਕ ਲਾਈਨ ਦੇ ਵਿੱਚ ਸਿਸਟਮ ਲੱਗੇ ਹੋਏ ਨੇ ਇਸ ਤਰ੍ਹਾਂ। ਠੀਕ ਆ, ਇਹਦੀ ਰਿਲਾਇਬਿਲਿਟੀ P1 ਆ, ਇਹਦੀ P2 ਆ, ਇਹਦੀ P3 ਆ, ਸਾਰੇ ਆਪਸ ਦੇ ਵਿੱਚ ਇੰਡੀਪੈਂਡੈਂਟ ਆ। ਤਾਂ ਮੇਰੇ ਕੋਲ ਫਿਰ ਰਿਲਾਇਬਿਲਿਟੀ ਕਿੰਨੀ ਆ ਜਾਏਗੀ ਇਹਦੀ ਇੰਡੀਪੈਂਡੈਂਟ, ਤਾਂ ਆਪਾਂ ਇਹਨੂੰ ਲਿਖ ਸਕਦੇ ਹਾਂ P2
P3 एंड सो ऑन। ये मेरे को रिलायबिलिटी बन गई कादी सिस्टम दी। ठीक है, सिस्टम एस दे नाल नोट कर देता तो मेरे को क्या आ जाएगा प्रोडक्ट आई दी वैल्यू 1 तो लैके सिस्टम लगे इन्ने होए क्योंकि उन्हें की गया फिक्स किया होया चलिए अगे नॉट रिलायबिलिटी कढ़िया होंदा अनरिलायबिलिटी फिर आंसर केड़ा होना सी ਇਹਦਾ डी। हाँ जी 34 देख लो जी convex subset of a plane bounded by the lines in the plane ਤਾਂ ਲੀਨੀਅਰ ਫੰਕਸ਼ਨ ਕਿੱਥੇ ਆਪਣੇ ਕੋਲੇ ਇਹਦੀ ਆਪਟੀਮਲ ਵੈਲਿਊ ਹੁੰਦੀ ਸੀਗੀ ਵਰਟੈਕਸ ਤੇ। ठीक है चलते हैं। हाँ जी भी अपने को कन्वैक्स कॉम्बीनेशन की गल करदा पिया लीनियर कॉम्बीनेशन कदों हुंदा अपने कोले ਜਿਹੜਾ ਮੈਂ ਰੀਅਲ ਦੀ ਲਾਸਟ ਪੀਡੀਐਫ ਭੇਜੀ ਸੀਗੀ ਜਿਹਦੇ ਚ 49 ਕੰਬੀਨੇਸ਼ਨ ਵਾਲਾ ਉਹਦੇ ਚ ਕਨਵੈਕਸ ਟੌਪਿਕ ਸੀਗਾ ਉਹਦੇ ਵਿੱਚ ਐਜ਼ ਇਟ ਇਜ਼ ਸਟੇਟਮੈਂਟਸ ਪਈਆਂ ਹੋਈਆਂ ਠੀਕ ਹੈ ਕੋਲੇ ਕੀ ਆ ਸਾਰੇ ਲੈਵਲ ਆਈ ਗ੍ਰੇਟਰ ਦੈਨ 0 ਹੁੰਦੇ ਆ ਤੇ ਜਦੋਂ ਮੈਂ ਇਹਨਾਂ ਦੀ ਸਬਮਿਸ਼ਨ ਕਰੂੰਗਾ ਤਾਂ ਮੇਰੇ ਕੋਲ ਮੰਨਣਾ ਹੈ। ठीक है जी फर्स्ट आंसर हाँ जी MG1 ये भी एक तरह का मॉडल आ इन्हें बोलते हैं सिंगल विंडो मॉडल। एक बंदा मतलब एक सर्विस ले रहा है सिंगल चैनल हाँ जी एक्सपोनेंशियल हाँ जी जो अराइवल टाइम की हुंदा ओ e लैम्बडा दे विच होना। आर्बिट्ररी सर्विस टाइम का मतलब की आ जिन्ना मर्जी सर्विस ते टाइम लग सकता है यानी कि मेरे को ऑल ऑफ अबव ਇਹਦਾ आंसर ਤੁਹਾਨੂੰ ਦੇਖ ਦੇਣਾ ਇੱਥੇ MG1 ਦੇ ਥੋੜੇ ਥੋੜੇ ਰੂਲਸ ਨੇ ਉਹ ਲਿਖਾ ਦੇਣਾ ਤੁਹਾਨੂੰ। एक सेकंड होल्ड कर लो मुड़ा मैं देखदा। हाँ जी इन्हें की बोलते हैं आप एम मेरे को होगा पॉइजन डिस्ट्रीब्यूशन पॉइजन अराइवल जिथे तुहाडे कोले पॉइजन दा वर्ड आ जाए तो आपां उहनूं की बोलांगे ਉਹਦੇ ਚ मेरे को एक्सपोनेंशियल इन्वॉल्व हो जाता। जी मेरे को की आ जनरल आउटपुट डिस्ट्रीब्यूशन ठीक है जी हुण देख लो जी एन की है मेरे को इतने एन की वैल्यू 1 आ ठीक है जी ठीक है एन मेरे को 1 आ 1 का मतलब की आ कस्टमर कदों आएगा अराइव्स इन द सिस्टम when a customer when a customer is डिपार्ट्स मतलब जो पहला कस्टमर जा चुकिया होया फिर ही मेरे को आएगा इस तरह का कोई सिस्टम बनया होया इको बंदा सर्विस दे रहा इधरों बंदा आ रहा इत्थे अपना काम करवा रहा उन्ना चਿਰ ਜਿਹੜੇ बाकी इत्थे बंदे होणगे वो बैठे होणगे किते ना किते ते जो ये बंदा इथों उठ के चला गया इधर नूं तो फिर मेरे को सैकेंड इधरों आएगा फिर मेरे को जो इन्हें काम करा के चला गया इस तरह चलता जाएगा। देखो एक बंदे नूं काम करवाउण ते जिन्ना मर्जी टाइम लग सकदा आपां नूं नहीं पता गा जिथे पॉइजन इन्वॉल्व हो गया उत्थे मेरे को एक्सपोनेंशियल डिस्ट्रीब्यूशन आ जाएगी ठीक है जी ये मेरे को किया ऑल ऑफ अबव। हाँ जी नेक्स्ट देखो जरा हाँ जी जेड़ा सिस्टम है मेरे को
ਪੈਰਲਰ ਕਨੈਕਟਡ, ਇੰਡੀਪੈਂਡੈਂਟ, ਹਾਂਜੀ, ith ਕੰਪੋਨੈਂਟ ਹੈਜ਼ ਦੀ ਰਿਲਾਇਬਿਲਿਟੀ RIT। ਤਾਂ ਕਿੰਨਾ ਆਂਸਰ ਹੁੰਦਾ ਸੀ ਮੇਰੇ ਕੋਲ, ਯਾਦ ਆ ਗਿਆ ਜੀ? ਡੀ ਆਂਸਰ। D answer. ਠੀਕ ਹੈ, ਸਟੈਟ ਦੇ ਵਿੱਚੋਂ ਫ੍ਰੀ ਫੰਡ ਦੇ ਨੰਬਰ ਮਿਲਦੇ ਆਪਾਂ ਨੂੰ। ਲੋ ਜੀ, ਹੁਣ ਤਾਂ ਪੇਪਰ ਆਪਣੇ ਕੋਲੇ, ਹੁਣ ਆਪਣਾ ਮੇਨ ਟੌਪਿਕ ਸਟਾਰਟ ਹੋ ਰਹੇ ਨੇ ਜਿਹੜੇ ਆਪਾਂ ਪੜ੍ਹੇ ਹੋਏ ਨੇ ਚੰਗੀ ਤਰ੍ਹਾਂ। ਹੁਣ ਜੇ ਦੇਖੋ ਪਹਿਲੇ ਵੀ ਐਡੇ ਔਖੇ ਨਹੀਂ ਸੀਗੇ ਕੋਈ ਵੀ, ਇੱਕ ਦੋ ਕੁਐਸਚਨ ਸੀ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਡਾਇਰੈਕਟ ਪੜ੍ਹ ਲਿਓ, ਬਾਕੀ ਸਾਰੇ ਕੀ ਆਪਾਂ ਕਰ ਸਕਦੇ ਹਾਂ। ਹਾਂਜੀ, ਕਿਵੇਂ ਸੋਲਵ ਕਰਾਂਗੇ ਦੱਸ ਦਿਓ ਜੀ। ਪਹਿਲੇ ਦਾ ਮਤਲਬ ਕੀ ਆ, ਓਪਨ ਇੰਟਰਵਲ -1 ਤੇ 0। ਸੈਕੰਡ ਦਾ ਮਤਲਬ ਕੀ ਆ, ਓਪਨ ਇੰਟਰਵਲ -1 ਤੇ ਕਲੋਜ਼ਡ 0। ਥਰਡ ਕੀ ਆ ਮੇਰੇ ਕੋਲ, ਮਾਈਨਸ ਤੇ ਕਲੋਜ਼ ਆ, 0 ਤੇ ਓਪਨ ਆ। ਲਾਸਟ ਵਾਲਾ ਮੇਰੇ ਕੋਲ ਕੀ ਆ, -1 ਤੇ ਓਪਨ ਆ, 2 ਤੇ ਕਲੋਜ਼ਡ ਆ। ਹਾਂਜੀ, ਕੀ ਕਹਿੰਦਾ ਇਹਦੇ ਚ ਕਾਮਨ, ਇਹਨਾਂ ਦੋ ਦਾ ਕਾਮਨ ਕਿਹੜਾ ਆ, A ਤੇ B ਦਾ। ਕਾਮਨ ਆਪਾਂ ਪੁਆਇੰਟ ਫਿਲ ਕਰਕੇ ਦੇਖ ਲੈਂਦੇ ਆ। ਲਓ ਜੀ, ਪਹਿਲਾਂ ਤਾਂ ਮੈਂ 0 ਫਿਲ ਕਰਕੇ ਦੇਖਦਾ। ਪਹਿਲੇ ਦੇ ਵਿੱਚ A ਦੇ ਕਾਮਨ ਹੋਇਆ, ਅਗਰ ਦੇਖੋ ਤਾਂ ਦੋਨਾਂ ਦੇ ਵਿੱਚ ਹੋਏ ਨਾ, A ਤੇ B ਦੇ ਵਿੱਚ। A ਦੇ ਵਿੱਚ ਮੈਂ 0 ਫਿਲ ਕੀਤਾ ਤਾਂ ਮੇਰੇ ਕੋਲ ਕੀ ਬਣ ਗਿਆ, 0 ਲੈਸ ਦੈਨ 1, ਕੰਡੀਸ਼ਨ ਸਹੀ ਬਣ ਗਈ। ਸੈਕੰਡ ਮੈਂ ਇਹਦੇ ਚ ਫਿਲ ਕਰਦਾ, ਮੇਰੇ ਕੋਲ ਕੀ ਆ, x -1 ਗ੍ਰੇਟਰ ਦੈਨ ਇਕੁਅਲ ਟੂ 1, ਮਤਲਬ 0 -1। ਓਕੇ ਜੀ, ਕੰਡੀਸ਼ਨ ਟਰੂ ਆ ਜੀ। ਠੀਕ ਜੀ, ਕੰਡੀਸ਼ਨ ਟਰੂ ਆ। ਤਾਂ ਉਹ ਸਾਰੇ ਇੰਟਰਵਲ ਮੇਰੇ ਆਨਸਰ ਹੋਣਗੇ ਜਿਨ੍ਹਾਂ ਦੇ ਵਿੱਚ 0 ਆ ਰਿਹਾ ਹੈ, ਤੇ ਜਿਨ੍ਹਾਂ ਦੇ ਵਿੱਚ 0 ਨਹੀਂ ਆ ਰਿਹਾ ਉਹ ਮੇਰੇ ਆਨਸਰ ਨਹੀਂ ਹੋਣਗੇ। ਦੇਖੋ 0 ਕਿਹਨਾਂ ਦੇ ਵਿੱਚ ਨਹੀਂ ਆ ਰਿਹਾ, ਇਹਦੇ ਵਿੱਚ ਨਹੀਂ ਆ ਰਿਹਾ, ਇਹਦੇ ਵਿੱਚ ਨਹੀਂ ਆ ਰਿਹਾ, ਕਿਉਂਕਿ ਓਪਨ ਇੰਟਰਵਲ ਆ, 0 ਨਹੀਂ ਹੈਗੀ। ਤਾਂ ਮੇਰੀਆਂ ਦੋ ਆਪਸ਼ਨ ਕੱਟੀਆਂ ਗਈਆਂ, ਦੋ ਰਹਿਣਗੀਆਂ। ਹਾਂਜੀ, ਹੁਣ ਮੈਂ 2 ਫਿਲ ਕਰ ਲੈਣਾ। ਠੀਕ ਹੈ, ਕਿਉਂਕਿ ਉੱਪਰ ਵਾਲੇ ਦੇ ਵਿੱਚ ਮੇਰੇ ਕੋਲ 2 ਹੈ ਨਹੀਂਗਾ। ਅਗਰ ਮੇਰੇ ਕੋਲ 2 ਹੋ ਗਿਆ ਤਾਂ ਮੇਰਾ ਆਨਸਰ ਆ, ਨਹੀਂ ਹੋਇਆ ਤਾਂ ਫਿਰ ਮੇਰਾ ਉੱਪਰ ਵਾਲਾ ਆਨਸਰ ਆ ਜੀ। ਲਓ, ਮੈਂ 2 ਫਿਲ ਕਰਨ ਲੱਗਾ ਫਸਟ ਦੇ ਵਿੱਚ, 2 ਦਾ ਮੋਡ ਲੈਸ ਦੈਨ 1, ਇਹ ਤਾਂ ਕਦੇ ਪੋਸੀਬਲ ਹੀ ਨਹੀਂਗਾ। ਤਾਂ ਫਿਰ ਮੇਰੇ ਕੋਲ 2 ਤਾਂ ਕਦੇ ਹੋਏਗਾ ਹੀ ਨਹੀਂ, ਇਹ ਵੀ ਆਪਸ਼ਨ ਕੈਂਸਲ ਹੋ ਗਈ। ਤਾਂ ਆਨਸਰ ਮੇਰਾ ਕਿਹੜਾ ਰਹੇਗਾ, B, ਵਿਦਆਊਟ ਸੋਲਵ। ਠੀਕ ਹੈ, ਪੇਪਰ ਦੇ ਵਿੱਚ ਜਿੰਨੀ ਛੇਤੀ ਕਰ ਸਕਦੇ ਹੋ ਉਨੀ ਛੇਤੀ ਕਰ ਦਿਓ। ਨੈਕਸਟ ਦੇਖੋ ਜੀ, ਪੈਨ ਵੀ ਨਹੀਂ ਉੱਠਣਾ ਇਹਦੇ ਤੇ ਤਾਂ। ਹਾਂਜੀ, ਕਿਹੜਾ ਐਮਪਟੀ ਸੈੱਟ ਆ, ਦੱਸ ਦਿਓ B ਜਰਾ। option. ਹਾਂਜੀ, B ਆਪਸ਼ਨ। ਫਸਟ ਦੇ ਵਿੱਚ ਦੇਖੋ ਇਹਦੇ ਚ ਇੱਕ ਐਲੀਮੈਂਟ ਆ, ਐਲੀਮੈਂਟ ਦਾ ਨੇਮ ਕੀ ਆ, 0, ਐਮਪਟੀ ਨਹੀਂਗਾ, ਸਿੰਗਲਟਨ ਆ ਇਹ। ਸੈਕੰਡ ਕਹਿੰਦਾ x ਗ੍ਰੇਟਰ ਦੈਨ 0 ਔਰ x ਲੈਸ ਦੈਨ 0। ਲਓ ਜੀ, ਜਦੋਂ ਆਪਾਂ ਇਹਨੂੰ ਸੋਲਵ ਕਰਦੇ ਆ, ਆ 0 ਆ, ਕਹਿੰਦਾ ਇੱਧਰ ਤੋਂ ਇੱਧਰ ਵਾਲੀਆਂ ਵੈਲਿਊ ਲੈ ਲਓ, 0 ਛੱਡ ਦਿਓ। ਛੱਡਣ ਦਾ ਮਤਲਬ ਇਹਦੇ ਤੇ 0 ਤੇ ਇੱਕ ਗੋਲ ਜਿਹਾ ਬਣਾ ਦਿਆ ਕਰੋ, ਮੀਨਸ ਸ਼ੇਕ ਕਰ ਦਿੱਤਾ, 0 ਹੈ ਨਹੀਂ। ਇਹ ਤਾਂ ਐਮਪਟੀ ਨਹੀਂ ਹੋਇਆ, ਇਹ ਤਾਂ ਕਿੰਨੇ ਪੁਆਇੰਟ ਆ ਗਏ ਆਪਾਂ ਨੂੰ ਪਤਾ ਹੀ ਨਹੀਂ। ਥਰਡ ਦੇਖੋ, ਇਹ ਚ ਵੀ ਔਰ ਆ, ਕਹਿੰਦਾ ਜਾਂ ਤਾਂ x ਸਕੁਅਰ ਇਜ਼ ਇਕੁਅਲ ਟੂ 9 ਹੋ ਜੇ, ਯਾਨੀ ਕਿ x ਦੀ ਵੈਲਿਊ ਕਿੰਨੀ ਹੋਗੀ, +-3, ਤੇ ਜਾਂ ਮੇਰੇ ਕੋਲ x ਦੀ ਵੈਲਿਊ 2 ਹੋ ਜੇ। ਤਾਂ ਮੇਰੇ ਕੋਲ ਸੈੱਟ ਕੀ ਬਣ ਗਿਆ, ਔਰ ਦਾ ਮਤਲਬ ਕਿ ਸਾਰੀਆਂ ਵੈਲਿਊਜ਼ ਹੋਣਗੀਆਂ, +3 -3 ਤੇ 2, ਇਹ ਮੇਰੇ ਕੋਲ ਵੈਲਿਊਜ਼ ਬਣ ਗਿਆ। ਇਹ ਵੀ ਮੇਰੇ ਕੋਲ ਕੀ ਬਣ ਗਿਆ, ਨॉन ਐਮਪਟੀ। ਲਾਸਟ ਵਾਲਾ ਦੇਖ ਲਓ, ਜਦੋਂ ਇਹਨੂੰ ਸੋਲਵ ਕਰਾਂਗੇ, x ਸਕੁਅਰ ਇਜ਼ ਇਕੁਅਲ ਟੂ -1 +- ਯੋਟਾ ਆਨਸਰ ਆ ਗਿਆ। ਸੈਟ ਆਫ ਰੀਅਲ ਨੰਬਰ ਬੋਲਿਆ, ਇਹਦਾ ਯੋਟੇ ਦੇ ਵਿੱਚ ਆਨਸਰ ਆ ਗਿਆ, ਮਤਲਬ ਇਹ ਮੇਰਾ ਆਨਸਰ ਆ, ਐਮਪਟੀ ਹੋ ਗਿਆ। ਠੀਕ ਹੈ ਜੀ, ਕੋਈ ਵੀ ਆਨਸਰ ਨਹੀਂ ਆਇਆ ਮੇਰੇ ਕੋਲ। ਹਾਂਜੀ, ਕਹਿੰਦਾ A ਦੇ ਵਿੱਚ ਮੇਰੇ ਕੋਲ ਕਿੰਨੇ ਐਲੀਮੈਂਟ ਆ, 5 ਆ। ਦੈਨ ਨੰਬਰ ਆਫ ਨਾਨ ਐਮਪਟੀ ਸਬਸੈਟ। ਦੇਖੋ ਟੋਟਲ ਸਬਸੈਟ ਕਿੰਨੇ ਹੁੰਦੇ ਆ, 2⁻n। ਇੱਕ ਮੇਰੇ ਕੋਲ ਐਮਪਟੀ ਹੁੰਦਾ ਕਿਹੜਾ, 5, ਉਹ ਚ ਆਪਾਂ ਮਾਈਨਸ ਕਰ ਦਿੰਦੇ ਆ। ਇਹ ਮੇਰੇ ਕੋਲ ਹੋ ਗਏ ਨੰਬਰ ਆਫ ਨਾਨ ਐਮਪਟੀ ਸੈਟ। ਹਾਂਜੀ, ਕੀ ਆਨਸਰ ਬਣ ਗਿਆ ਚੈੱਕ ਕਰ ਲਓ ਜੀ, 2⁵5 -1, 31। 1. ਓਕੇ ਜੀ, ਨੈਕਸਟ ਦੱਸ ਦਿਓ ਜੀ, ਕੀ ਕਹਿ ਰਿਹਾ ਮੇਰੇ ਕੋਲ, ਇੱਕ A ਦਿੱਤਾ ਹੋਇਆ, ਇਹਦੇ ਚ ਉਹ ਸਾਰੇ XY ਨੇ ਜਿਹੜੇ ਇਸ ਕਰਵ ਨੂੰ ਸੈਟੀਸਫਾਈਡ ਕਰ ਰਹੇ ਨੇ। X ਮੇਰੇ ਕੋਲੇ ਰੀਅਲ ਨੰਬਰ ਨੂੰ ਬਿਲੋਂਗ ਕਰਦਾ। ਹੁਣ ਅਗਰ ਤੁਸੀਂ e⁻x ਦਾ ਗ੍ਰਾਫ ਦੇਖਿਆ ਹੋਇਆ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਹੁੰਦਾ, ਉੱਪਰ ਨੂੰ ਜਾ ਰਿਹਾ। ਮੇਰੇ ਕੋਲ x ਐਕਸਿਸ, ਇਹ ਮੇਰੇ ਕੋਲ y ਐਕਸਿਸ।
ਆ ਪੁਆਇੰਟ ਕਿਹੜਾ ਜਦੋਂ ਮੇਰੇ ਕੋਲ x ਦੀ ਵੈਲਿਊ 0 y ਦੀ ਵੈਲਿਊ 1 ਇਹ ਕਿਹਦਾ ਗ੍ਰਾਫ ਆ e ਰੇਜ਼ਡ ਟੂ ਪਾਵਰ x ਦਾ ਪਲੱਸ x ਦਾ ਸੌਰੀ ਮਾਈਨਸ ਲਿਖਿਆ ਗਿਆ ਮਾਈਨਸ ਦਾ ਲਿਖਣਾ ਹੋਏਗਾ ਤਾਂ ਇਸ ਤਰ੍ਹਾਂ ਦਾ ਹੋਏਗਾ ਕਦੇ ਵੀ 0 ਨਹੀਂ ਹੋਣਾ 0 ਦੇ ਲਾਗੇ ਪਹੁੰਚ ਜਾਂਦਾ ਇਹ ਪੁਆਇੰਟ ਫਿਰ ਦੋਨਾਂ ਦੇ ਵਿੱਚ ਸੇਮ ਆ ਗਿਆ ਤਾਂ ਦੇਖੋ ਦੋਨਾਂ ਦੇ ਵਿੱਚ ਕੀ ਆ ਰਿਹਾ ਪਹਿਲਾਂ ਬੋਲਦੇ ਪਏ ਦੋਨਾਂ ਦੇ ਵਿੱਚ ਕੁਝ ਵੀ ਕਾਮਨ ਨਹੀਂ ਹੈਗਾਗਾ ਇੱਕ ਪੁਆਇੰਟ ਕਾਮਨ ਹੈਗਾ ਕਿਹੜਾ 0 ਚ 1 ਯਾਨੀ ਕਿ ਫਸਟ ਆਪਸ਼ਨ ਕੈਨਸਲ ਹੋ ਗਈ ਸੈਕੰਡ ਆਪਸ਼ਨ ਕੀ ਆ ਮੇਰੇ ਕੋਲੇ not 5 ਆਨਸਰ ਹੋ ਸਕਦਾ ਜੀ ਇੱਕ ਹੈਗਾ ਆ ਥਰਡ ਮੇਰੇ ਕੋਲੇ ਕਹਿੰਦਾ ਯੂਨੀਅਨ ਕਰਾਂਗੇ ਅਗਰ ਦੇਖੋ ਇੰਟਰਸੈਕਸ਼ਨ ਦੇ ਵਿੱਚ ਹੀ ਇੱਕ ਪੁਆਇੰਟ ਆ ਰਿਹਾ ਆ ਤਾਂ ਫਿਰ ਯੂਨੀਅਨ ਤਾਂ ਮੇਰੇ ਕੋਲੇ 5 ਨਹੀਂ ਨਾ ਹੋ ਸਕਦੀ ਕਦੇ ਵੀ ਚਲੋ ਅੱਗੇ ਦੇਖ ਲਓ ਜੀ ਲਾਸਟ ਵਾਲਾ ਆਰ ਸਕੁਅਰ ਦੇ ਬਰਾਬਰ ਆਰ ਸਕੁਅਰ ਦਾ ਮਤਲਬ ਕਿ ਪੂਰਾ ਪਲੇਨ ਆ ਰਿਹਾ ਇਸ ਤਰ੍ਹਾਂ ਦਾ ਮਤਲਬ ਸਾਰੇ ਪੁਆਇੰਟਸ ਆ ਰਹੇ ਨੇ ਇਹਦੇ ਚ ਸਾਰੇ ਪੁਆਇੰਟਸ ਤਾਂ ਨਹੀਂ ਆ ਰਹੇਗੇ ਕਿਹੜੇ ਕਿਹੜੇ ਆ ਰਹੇ ਯੂਨੀਅਨ ਦੇ ਵਿੱਚ ਇਹ ਵਾਲੀ ਸਾਰੀ ਲਾਈਨ ਤੇ ਇਹ ਵਾਲੀ ਸਾਰੀ ਲਾਈਨ ਇੰਨੇ ਕੁ ਪੁਆਇੰਟ ਹੀ ਆ ਰਹੇ ਨੇ ਜਿਹੜੇ ਇਸ ਦੋਨਾਂ ਲਾਈਨਸ ਦੇ ਉੱਪਰ ਆਉਣਗੇ ਹੋਰ ਕੋਈ ਪੁਆਇੰਟ ਨਹੀਂ ਆਏਗਾ ਮਤਲਬ ਮੇਰੇ ਕੋਲ ਸੀ ਆਨਸਰ ਵੀ ਖਤਮ ਹੋ ਗਿਆ ਚਲਿए आगे हाँ ਜਿਹੜਾ ਅਗਰ ਫੋਲੋ ਕਰਕੇ ਦੇਖਣਾ ਹੋਵੇ ਤਾਂ ਫੋਲੋ ਕਿਵੇਂ ਕਰਨਾ ਦੇਖੋ y ਦੀ ਵੈਲਿਊ 1 ਚੋਂ ਨਿਕਾਲੋ ਦੂਜੇ ਚ ਪੁੱਟ ਕਰ ਦਿਓ ਅਗਰ ਨੋ ਸੋਲੂਸ਼ਨ ਆ ਗਿਆ ਫਿਰ 5 ਆ ਜਾਂਦਾ ਹੁੰਦਾ ਲਓ ਜੀ ਇਹਨੂੰ ਸੋਲਵ ਕਰਿਆ ਤਾਂ ਮੇਰੇ ਕੋਲ ਕੀ ਬਣ ਜਾਏਗਾ y e raised to power x ਸੈਕੰਡ ਦੇ ਵਿੱਚ ਮੈਂ y ਦੀ ਵੈਲਿਊ ਕੱਢ ਲਈ y ਦੀ ਵੈਲਿਊ ਕਿੰਨੀ ਹੋ ਜਾਏਗੀ e raised to power -x ਹੈਗਾ e raised to power x ਇਹਨੂੰ ਭੇਜਤਾ 1 over e raised to power x ਇਹ ਬਣ ਗਿਆ e raised to power x ਇਹਨੂੰ ਜਦੋਂ ਸੋਲਵ ਕੀਤਾ ਇਹ ਬਣ ਗਿਆ e raised to 2x ਇਧਰ ਮੈਂ ਕੀ ਲਿਖੂੰਗਾ e raised to power 0 ਲਿਖਦੇ ਆ ਤਾਂ x ਦੀ ਵੈਲਿਊ ਕਿੰਨੀ ਆ ਗਈ ਮੇਰੇ ਕੋਲ 0 ਮਤਲਬ ਇੱਕ ਪੁਆਇੰਟ ਮੇਰੇ ਕੋਲ ਆ ਗਿਆ ਜਦੋਂ x 0 ਆ x 0 ਹੋਣ ਦਾ ਮਤਲਬ y ਦੀ ਵੈਲਿਊ 1 ਬਣ ਗਈ ਤਾਂ ਪੁਆਇੰਟ ਮੇਰੇ ਕੋਲ ਕਾਮਨ ਦੋਵਾਂ ਦੇ ਵਿੱਚ ਕਿਹੜਾ ਆ ਗਿਆ ਕਾਮਨ ਪੁਆਇੰਟ ਦੋਵਾਂ ਦਾ 0 1 ਉਹ ਮੇਰਾ ਆਨਸਰ ਸੀ ਠੀਕ ਆ ਦੋਨੋਂ ਤਰੀਕੇ ਨਾਲ ਆਪਾਂ ਕਰ ਦਿੰਦੇ ਹਾਂਜੀ ਦੀ ਕਹਿੰਦਾ ਨੰਬਰ ਆਫ ਓਕੇ n is the set of natural numbers ਓਕੇ ਜੀ ਇਸ ਤਰ੍ਹਾਂ ਡਿਫਾਈਨ ਕੀਤਾ ਹੋਇਆ ਅੱਗੇ ਕੀ ਕਹਿੰਦਾ ਮੇਰੇ ਕੋਲੇ bn ਇੰਟਰਸੈਕਸ਼ਨ ਵਿਦ cn is equal to d ਤੇ ਕਹਿੰਦਾ ਮੇਰੇ ਕੋਲੇ ਕੀ ਆ a b c are relatively prime natural number ਤਾਂ ਤੁਸੀਂ ਚੈੱਕ ਕਰਕੇ ਦੱਸੋ ਕਿਹੜਾ ਆਨਸਰ ਹੋਏਗਾ ਤਾਂ ਤੁਹਾਨੂੰ ਚੈੱਕ ਕਰਨ ਦਾ ਮੈਥਡ ਦੱਸਿਆ ਹੋਇਆ ਰਿਲੇਟਿਵਲੀ ਪ੍ਰਾਈਮ ਆ ਤਾਂ a ਦੀ ਵੈਲਿਊ 2 ਲੈ ਲਓ b ਦੀ ਵੈਲਿਊ 3 ਲੈ ਲਓ c ਦੀ ਵੈਲਿਊ 5 ਲੈ ਲਓ ਰਿਲੇਟਿਵਲੀ ਪ੍ਰਾਈਮ ਦਾ ਮਤਲਬ ਸਾਰਿਆਂ ਦੀ GCD ਆਪਸ ਦੇ ਵਿੱਚ 1 ਹੋਵੇ ਲਓ ਜੀ ਪਹਿਲਾ ਬਣ ਜਾਏਗਾ ਮੇਰੇ ਕੋਲੇ 2n ਤਾਂ ਮੇਰੇ ਕੋਲੇ ਕਿਹੜੇ ਕਿਹੜੇ ਨੰਬਰਸ ਆਉਣਗੇ ਜਸਟ 2 4 6 8 ਦੂਸਰਾ ਹੈਗਾ ਮੇਰੇ ਕੋਲੇ 3n ਤਾਂ 3n ਦੇ ਵਿੱਚ ਮੇਰੇ ਕੋਲੇ ਕਿਹੜੇ ਕਿਹੜੇ ਆਉਣਗੇ 3 6 9 12 ਦੋਵਾਂ ਦੇ ਵਿੱਚ ਕਾਮਨ ਕਿਹੜੇ ਕਿਹੜੇ ਆਉਣਗੇ ਓਕੇ ਜੀ ਇੱਕ ਗੜਬੜ ਨਹੀਂ ਕਰ ਦਿੱਤੀ b a b ਓਕੇ ਜੀ a ਨੂੰ ਇਸ ਤਰ੍ਹਾਂ ਡਿਫਾਈਨ ਕੀਤਾ ਸੀਗਾ ਠੀਕ ਆ b ਤੇ c ਦੇ ਵਿੱਚ ਕਿਆ ਹੋਇਆ ਸੀਗਾ ਤੇ ਆਪਾਂ ਇਹਨੂੰ b ਕਹਿ ਦਿੰਦੇ ਇਹਨੂੰ c ਕਹਿ ਦਿੰਦੇ ਠੀਕ ਆ ਹੁਣ ਆਪਾਂ ਉਵੇਂ ਨਹੀਂ ਸਾਰਾ ਮਟੇਣਾ ਪੈਣਾ ਇਹ b ਆ ਇਹ c ਆ ਠੀਕ ਹੈ ਜੀ ਤੇ a ਬਾਰੇ ਕੁਝ ਨਹੀਂ a ਤਾਂ ਆਪਣੇ ਕੋਲ ਇਸ ਤਰ੍ਹਾਂ ਡਿਫਾਈਨ ਕੀਤਾ ਹੋਇਆ ਸੀ ਲਓ ਜੀ ਤਾਂ ਦੋਨਾਂ ਦੇ ਵਿੱਚ ਕਾਮਨ ਕਿਹੜੇ ਆ ਜਾਣਗੇ 6 ਆ ਜਾਏਗਾ ਇੱਕ ਹੋਰ ਕਿਹੜਾ ਆ ਜਾਏਗਾ ਅੱਗੇ ਜਾ ਕੇ 12 ਅੱਗੇ ਜਾ ਕੇ 18 ਇਹ ਸਾਰੇ ਮੇਰੇ ਕੋਲੇ ਕਾਮਨ ਆ ਜਾਏਗਾ ਹੁਣ d ਮੇਰੇ ਕੋਲੇ ਕੀ ਆ ਇਜ਼ ਇਕੁਅਲ ਟੂ dn ਯਾਨੀ ਕਿ ਇਹ ਮੇਰੇ ਕੋਲੇ ਕਿਹਦੇ ਬਰਾਬਰ ਆ ਗਿਆ 6 ਬਾਹਰ ਕੱਢ ਲਿਆ n ਹੁਣ ਤੁਸੀਂ ਆਨਸਰ ਮੈਚ ਕਰ ਲਓ ਤੁਹਾਡੇ ਕੋਲੇ ਕਿਹੜਾ ਆ ਕਿਹੜੀ ਆਪਸ਼ਨ ਮੈਚ ਕਰ ਰਹੀ ਆ ਫਸਟ ਆਪਸ਼ਨ ਦੇ ਅਕੋਰਡਿੰਗ ਕੀ ਹੈ ਹਾਂਜੀ B option ਹਾਂਜੀ b ਆਪਸ਼ਨ ਮੈਚ ਕਰ ਰਹੀ ਹੈ ਤੁਹਾਡੇ ਕੋਲੇ ਸਰ ਰਿਲੇਟਿਵ ਪ੍ਰਾਈਮ ਨੇ ਤਾਂ ਆਪਸ ਵਿੱਚ ਮਲਟੀਪਲਾਈ ਹੋ ਜਾਣਗੇ 2 ਤੇ 3 ਹਾਂਜੀ ਉਦਾਂ ਵੀ ਕਰ ਸਕਦੇ ਆਪਾਂ ਇਹਨੂੰ ਫੋਲੋ ਕਰਕੇ ਦੇਖ ਲਿਆ ਜੀ ਠੀਕ ਹੈ ਜੀ ਕਿਉਂਕਿ GCD ਕੱਟ ਇਹਨਾਂ ਦਾ ਫਿਰ ਆਪਣੇ ਕੋਲੇ ਕਾਮਨ ਕਿਹੜੇ ਆਏਗੇ ਇਹਨਾਂ ਦੋਨੇ ਮਲਟੀਪਲ ਹੀ ਆਉਣਗੇ ਹੋਰ ਕੋਈ ਹੱਲ ਹੀ ਨਹੀਂ ਹੈਗਾ ਹਾਂਜੀ in a survey 63% of people like coffee
where 76% like tea, X% Indian like both tea and coffee. Then ਲਓ ਜੀ। ਅਗਰ ਮੈਂ ਕਹਿ ਰਿਹਾ ਇਹਨੂੰ 73%, ਇਹ ਕੀ ਆ ਮੇਰੇ ਕੋਲ ਟੀ ਲਾਈਕ ਕਰਦੇ ਆ, ਠੀਕ ਹੈ, ਨੰਬਰ ਆਫ ਪਰਸੈਂਟ। ਹੁਣ ਜਿੰਨੇ ਵੀ ਬੰਦੇ ਕਾਫੀ ਲਾਈਕ ਕਰਦੇ ਆ, ਕਾਫੀ ਕਿੰਨੇ ਕਰਦੇ ਆ 63%, ਉਹ ਸਾਰੇ ਇਹਦੇ ਅੰਦਰ ਹੋ ਜਾਣ, ਕਿਉਂਕਿ 73% ਜ਼ਿਆਦਾ ਹੈ ਤਾਂ 63% ਇਹਦੇ ਅੰਦਰ ਹੋ ਜਾਏ, ਇਹੀ ਗੱਲ ਬਣੇਗੀ ਨਾ। ਤਾਂ ਹੁਣ ਮੇਰੇ ਕੋਲੇ ਮੈਕਸਿਮਮ ਇਹਨਾਂ ਦੀ ਇੰਟਰਸੈਕਸ਼ਨ ਕਿੰਨੀ ਹੋ ਸਕਦੀ ਆ ਟੀ ਤੇ ਕਾਫੀ ਦੀ 63%, ਠੀਕ ਹੈ ਜੀ, ਇਸ ਤੋਂ ਜ਼ਿਆਦਾ ਤਾਂ ਹੋ ਨਹੀਂ ਸਕਦਾ। ਤਾਂ ਦੇਖੋ ਜਾਂ ਤਾਂ ਫਿਰ ਮੇਰੇ ਕੋਲ ਆਨਸਰ ਸੀ ਬਣੂਗਾ ਜਾਂ ਮੇਰੇ ਕੋਲ ਡੀ ਬਣੂਗਾ, ਪਹਿਲੀਆਂ ਦੋ ਆਪਸ਼ਨਸ ਕੈਂਸਲ ਹੋਊਗਾ। ਸੈਕੰਡ ਕੇਸ ਬਣਾ ਕੇ ਦੇਖੋ ਜੀ, ਟੋਟਲ ਮੇਰੇ ਕੋਲ ਹੁੰਦਾ 100% ਪਰਸੈਂਟੇਜ ਦੇ ਵਿੱਚ ਕਾਊਂਟ ਕਰਨਾ ਹੋਇਆ, ਤੇ ਹੋ ਗਿਆ ਮੇਰੇ ਕੋਲੇ 73% ਲਗਾ ਲਓ। ਤੇ ਦੂਸਰਾ ਮੈਂ ਇਹਨੂੰ ਦੂਰ ਕਰਦਾ, ਇੱਕ ਵਾਰ ਮੰਨ ਲਿਆ ਮੈਂ ਇੱਥੇ ਦੂਰ ਕਰ ਦਿੱਤਾ, ਇਹ ਮੇਰੇ ਕੋਲੇ ਕਿੰਨਾ ਆ 63%। ਤਾਂ ਜਦੋਂ ਤੁਸੀਂ ਟੋਟਲ ਕਰੋਗੇ ਤਾਂ ਇਹਨਾਂ ਦੋ ਦਾ ਟੋਟਲ ਇਹ 76 ਆ ਜੀ, ਸੌਰੀ। ਤਾਂ ਜਦੋਂ ਟੋਟਲ ਕਰੋਗੇ ਦੇਖੋ ਤਾਂ ਤੁਹਾਡੇ ਕੋਲ ਕਿੰਨਾ ਬਣ ਜਾਣਾ 76 ਪਲੱਸ 63, ਇਹਨੇ ਬਣ ਜਾਣਾ 139%। ਹੁਣ ਦੇਖੋ 100 ਤੋਂ ਤਾਂ ਪਰਸੈਂਟੇਜ ਜ਼ਿਆਦਾ ਨਹੀਂ ਹੁੰਦੀ, ਹੁਣ ਆਪਾਂ ਨੂੰ ਥੋੜਾ ਥੋੜਾ ਘਟਾਉਣਾ ਪੈਣਾ, ਘਟਾ ਕੇ ਕਿੱਥੇ ਲੈ ਕੇ ਜਾਵਾਂਗੇ ਇਹਨੂੰ, ਹੌਲੀ ਹੌਲੀ ਅੰਦਰ ਕਰਦੇ ਜਾਵਾਂਗੇ ਇਸ ਤਰ੍ਹਾਂ। ਇਹਨੂੰ ਮੈਂ ਰੱਬ ਕਰ ਦਿੰਦਾ, ਆ ਜਿਹੜਾ 63% ਵਾਲਾ ਹੁਣ ਇਹਨੂੰ ਹੌਲੀ ਹੌਲੀ ਇਸ ਤਰ੍ਹਾਂ ਅੰਦਰ ਲੈ ਗਏ। ਆਹ ਵਾਲਾ ਕੁਛ ਨਾ ਕੁਛ ਕਾਮਨ ਆਏਗਾ, ਹੁਣ ਕਿੰਨਾ ਕਾਮਨ ਆਏਗਾ ਜਿੰਨਾ 100 ਤੋਂ ਜ਼ਿਆਦਾ ਆ, 100 ਤੋਂ ਜ਼ਿਆਦਾ ਕਿੰਨਾ ਆ 39, ਤਾਂ ਯਾਨੀ ਕਿ x ਦੀ ਵੈਲਿਊ 39 ਤੋਂ ਮਿਨੀਮਮ 39 ਹੋਏਗੀ, ਉਸ ਤੋਂ ਜ਼ਿਆਦਾ ਜਿੰਨੀ ਮਰਜ਼ੀ ਹੋ ਜਾਏ। ਤਾਂ ਆਨਸਰ ਮੇਰਾ ਕਿਹੜਾ, ਜਦੋਂ x ਦੀ ਵੈਲਿਊ ਤੇ 39 ਵੀ ਫਿਲ ਕਰਦੇ ਆ ਇਹ ਕੈਂਸਲ ਹੋ ਜਾਏਗਾ, ਤਾਂ ਮੇਰੇ ਕੋਲ ਡੀ ਆਪਸ਼ਨ ਹੈ ਜੀ, ਠੀਕ ਹੈ ਜੀ। ਮਿਨੀਮਮ 39 ਆ, ਮੈਕਸਿਮਮ ਜਿੰਨੀ ਮਰਜ਼ੀ ਹੋ ਜਾਏ, ਕਿੱਥੋਂ ਤੱਕ ਮੈਕਸਿਮਮ ਜਾ ਸਕਦੀ ਆ 63 ਤੱਕ। ਨੈਕਸਟ ਕੁਐਸਚਨ ਦੇਖ ਲਓ ਜੀ, which of the following is incorrect, ਕਿਹੜਾ ਮੇਰੇ ਕੋਲੇ ਇਨਕਰੈਕਟ ਹੈ ਦੱਸ ਦਿਓ ਜਰਾ। ਸੈਟ ਆਫ ਇੰਟੀਜਰ ਨੰਬਰ ਕਾਊਂਟੇਬਲ ਹੁੰਦੇ ਆ, Z ਬਾਰੇ ਕਹਿ ਰਿਹਾ ਜੀ, ਹਾਂਜੀ ਨੋਟ ਕਰਿਆ ਹੋਇਆ ਆਪਣੇ ਕੋਲੇ ਕਾਊਂਟੇਬਲ ਸੀਗਾ, ਕਿਉਂਕਿ ਇਹਦੀ ਨੈਚੁਰਲ ਨੰਬਰ ਦੇ ਨਾਲ 1-1 ਕੋਰਸਪੋਂਡੈਂਸ ਮੰਨਦੀ ਆ। ਇਰਰੈਸ਼ਨਲ ਨੰਬਰ, ਹਾਂਜੀ R-Q ਯਾਦ ਆ ਜੀ, ਇਹ ਕੀ ਹੁੰਦੇ ਸੀ ਅਨਕਾਊਂਟੇਬਲ। ਥਰਡ ਜੀ ਸੈਟ ਆਫ ਪ੍ਰਾਈਮ ਨੰਬਰ, ਤੁਹਾਨੂੰ ਲਿਖਾਇਆ ਵੀ ਸੀ ਉਦੋਂ ਯਾਦ ਹੋਵੇ ਤਾਂ, ਹਾਂਜੀ ਸੈਟ ਆਫ ਪ੍ਰਾਈਮ ਨੰਬਰ ਕਾਊਂਟੇਬਲ ਹੋ ਗਏ। ਤਿੰਨ ਆਪਸ਼ਨ ਤੁਸੀਂ ਕੱਟ ਚੁੱਕੇ ਹੋ, ਤਾਂ ਤੁਹਾਡੇ ਕੋਲ ਕਿਹੜਾ ਆਨਸਰ ਬਚੇਗਾ ਫੋਰਥ ਕਹਿੰਦਾ ਪਾਵਰ ਆਫ ਐਮਪਟੀ ਸੈਟ ਇਜ਼ ਐਮਪਟੀ, ਮੇਰੇ ਕੋਲ ਕੋਈ ਸੈਟ ਦੇ ਵਿੱਚ ਕੋਈ ਵੀ ਐਲੀਮੈਂਟ ਨਹੀਂਗਾ, ਹੁਣ ਇਹਦੇ ਪਾਵਰ ਸੈਟ ਕਿੰਨੇ ਬਣੇਗਾ। ਪਾਵਰ ਸੈਟ ਇੱਕ ਤਾਂ ਮੈਂ ਸੈਟ ਦੇ ਵਿੱਚ ਲਿਖਦਾ ਹੁੰਦਾ, ਇਹਨੂੰ ਐਜ਼ ਇਟ ਇਜ਼ ਲਿਆ ਕੇ ਵਿੱਚ ਲਿਖ ਦੇਣਾ, ਕਿਉਂਕਿ ਪਾਵਰ ਸੈਟ ਕੀ ਹੁੰਦਾ ਸੈਟ ਆਫ ਸਬਸੈਟਸ ਹੁੰਦਾ। ਤਾਂ ਹੁਣ ਆ ਮੇਰੇ ਕੋਲ ਇੱਕ ਐਲੀਮੈਂਟ ਬਣ ਗਿਆ, ਇਹ ਮੇਰੇ ਕੋਲ ਕੀ ਬਣ ਗਿਆ ਇੱਕ ਐਲੀਮੈਂਟ। ਜਾਂ ਆਪਾਂ ਨੰਬਰ ਆਫ ਐਲੀਮੈਂਟਸ ਪਾਵਰ ਸੈਟ ਦੇ ਵਿੱਚ ਚੈੱਕ ਕਰਨੇ ਹੋਣ, ਆਪਾਂ ਕਿਵੇਂ ਚੈੱਕ ਕਰਦੇ ਹੁੰਦੇ ਸੀ 2 ਰੇਜ਼ਡ ਪਾਵਰ ਜਿੰਨੇ ਇਹਦੇ ਚ ਐਲੀਮੈਂਟ ਕਿੰਨੇ ਆ 0, ਤਾਂ ਇਹਦੇ ਚ ਮੇਰੇ ਕੋਲ ਇੱਕ ਐਲੀਮੈਂਟ ਪੱਕਾ ਹੋਏਗਾ, ਉਹ ਕਿਹੜਾ ਹੋਏਗਾ ਉਹੀ ਸੈਟ ਹੋਏਗਾ ਜਿਹੜਾ ਆਪਾਂ ਐਮਪਟੀ ਸੈਟ ਲਿਖਿਆ ਹੋਇਆ। ਇਹ ਮੇਰੇ ਕੋਲ ਕੀ ਹੁੰਦਾ ਐਮਪਟੀ ਨਹੀਂ ਹੁੰਦਾ, ਘੱਟ ਤੋਂ ਘੱਟ ਮੇਰੇ ਕੋਲ ਇਹਦੇ ਚ ਇੱਕ ਐਲੀਮੈਂਟ ਪੱਕਾ ਹੁੰਦਾ। ਆਪਸ਼ਨ ਡੀ, ਹਾਂਜੀ ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ, ਕਰੈਕਟ ਇਨਕਰੈਕਟ ਵਾਲੇ ਤਾਂ ਬੜੇ ਮਜ਼ੇਦਾਰ ਹੁੰਦੇ ਆ। ਕਹਿੰਦਾ every non-empty subset of real numbers has infimum and supremum, ਕਹਿੰਦਾ ਕੋਈ ਵੀ ਨਾਨ ਐਮਪਟੀ ਸਬਸੈਟ ਆ ਕਾਦਾ ਰੀਅਲ ਦਾ, ਇਹਦਾ ਸੁਪਰੀਮਮ ਵੀ ਹੁੰਦਾ ਤੇ ਇਨਫੀਮਮ ਵੀ ਹੁੰਦਾ, ਮਤਲਬ ਸਭ ਤੋਂ ਵੱਡੀ ਵੈਲਿਊ ਵੀ ਹੁੰਦੀ ਹੈ ਤੇ ਸਭ ਤੋਂ ਛੋਟੀ ਵੈਲਿਊ ਵੀ ਹੁੰਦੀ ਹੈ। ਪੋਸੀਬਲ ਹੈਗਾ ਜੀ?
ਨੈਚੁਰਲ ਨਹੀਂ ਨੰਬਰ sir, ਲੈ ਲਓ। ਨੈਚੁਰਲ ਨੰਬਰ ਦਾ ਦੇਖੋ ਇਨਫੀਮਮ ਤਾਂ ਹੈਗਾ ਆ, ਬਟ ਸੁਪਰੀਮਮ ਨਹੀਂ ਹੈਗਾ ਗਾ, ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਸਭ ਤੋਂ ਵੱਡੀ ਵੈਲਿਊ। ਉਹਨੇ ਐਂਡ ਗਿਆ, ਐਂਡ ਦਾ ਮਤਲਬ ਦੋਨੋਂ ਹੋਣੇ ਚਾਹੀਦੇ ਆ, ਫਸਟ ਆਪਸ਼ਨ ਗਈ। ਸੈਕੰਡ, ਸੈਟ ਆਫ ਰੀਅਲ ਨੰਬਰ ਇਜ਼ ਕਾਊਂਟੇਬਲ। ਹੁਣੇ ਆਪਾਂ ਰੀਅਲ ਨੰਬਰ ਕੀ ਹੁੰਦੇ ਆ ਮੇਰੇ ਕੋਲੇ, ਅਨਕਾਊਂਟੇਬਲ, ਕਿਉਂਕਿ ਇਹਦੀ ਕਾਰਡਿਨੈਲਿਟੀ ਜਦੋਂ ਆਪਾਂ ਫਾਈਂਡ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਤਾਂ ਕੀ ਹੁੰਦੀ ਸੀ, ਕਾਊਂਟੇਨਮ ਹੁੰਦੇ ਸੀ। ਹਾਂਜੀ, ਕਹਿੰਦਾ ਜੀ ਸੈਟ ਆਫ ਰੀਅਲ ਨੰਬਰ ਇਜ਼ ਆਰਡਰਡ ਕੰਪਲੀਟ। ਹਾਂਜੀ, ਆਰਡਰਡ ਕੰਪਲੀਟ ਤਾਂ ਹੈਗਾ ਜੀ, ਪੜ ਚੁੱਕੇ ਆਪਾਂ। ਕਹਿੰਦਾ ਸੈਟ ਆਫ ਨੈਚੁਰਲ ਨੰਬਰ ਇਜ਼ ਫਾਈਨਾਈਟ, ਇਹਦਾ ਸਭ ਤੋਂ ਵੱਡਾ ਝੂਠ ਹੈ ਜੀ। ਠੀਕ ਹੈ ਜੀ, ਵੈਸੇ 3 ਆਪਸ਼ਨਸ ਕੈਂਸਲ ਹੋਊਗਾ, ਜੇ ਤੁਹਾਨੂੰ ਇਹਦੇ ਬਾਰੇ ਨਹੀਂ ਯਾਦ ਸੀ ਤਾਂ ਵੀ ਤੁਹਾਡਾ ਆਨਸਰ ਬਣ ਗਿਆ। ਆਪਸ਼ਨਸ ਡਿਸਕਾਰਡ ਕਰਨੀਆਂ ਬਹੁਤ ਜ਼ਰੂਰੀ ਨੇ, ਅਗਰ ਤੁਹਾਨੂੰ ਡਿਸਕਾਰਡ ਕਰਨੀਆਂ ਆ ਗਈਆਂ ਤਾਂ ਫਿਰ ਦੁਨੀਆ ਦਾ ਕੋਈ ਪੇਪਰ ਨਹੀਂ ਜਿਹੜਾ ਤੁਸੀਂ ਨਹੀਂ ਸੋਲਵ ਕਰ ਸਕਦੇ। ਹਾਂਜੀ, ਦੇਖਦੇ ਆ ਸਰ, ਤੁਹਾਨੂੰ ਆਨਸਰ ਪਤਾ ਲੱਗ ਜਾਣਾ ਚਾਹੀਦਾ। x ਇਹਦੇ ਵਿਚਾਲੇ ਵਿਚਾਲੇ ਲਾਈ ਕਰਦਾ, ਮੈਂ x ਦੀ ਵੈਲਿਊ 7 ਲੈ ਲਈ। ਜਦੋਂ 7 ਲਿਆ ਤਾਂ ਮੇਰੇ ਕੋਲ ਫਸਟ ਦਾ ਆਨਸਰ ਕਿੰਨਾ ਬਣ ਗਿਆ, 0 ਗ੍ਰੇਟਰ ਦੈਨ ਇਕੁਅਲ ਟੂ 0, 0 ਲੈਸ ਦੈਨ ਇਕੁਅਲ ਟੂ 0। ਇਹ ਚ ਫਿਲ ਕਰਾਂਗੇ 0 ਲੈਸ ਦੈਨ 0, 0 ਕਦੇ 0 ਤੋਂ ਲੈਸ ਥੋੜੀ ਹੋਈ, ਆਪਸ਼ਨ ਗਈ। 0 ਗ੍ਰੇਟਰ ਤੋਂ 0, ਇਹ ਵੀ ਗਈ। ਵੈਸੇ ਵੀ ਇਕੁਐਲਿਟੀ ਵਾਲੀ ਸਾਈਨ ਹੈ ਤੇ ਮੇਰੇ ਕੋਲ ਇਕੁਐਲਿਟੀ ਹੀ ਆਏਗੀ। ਠੀਕ ਆ, ਗਏ 2 ਆਪਸ਼ਨ, ਇਹਨਾਂ ਦੇ ਵਿਚਾਲੋ ਕੋਈ ਵੈਲਿਊ ਫਿਲ ਕਰ ਲਓ। 6 ਲੈ ਲਓ, ਫਸਟ ਦੇ ਵਿੱਚ ਮੈਂ 6 ਫਿਲ ਕੀਤੀ, ਨੈਗੇਟਿਵ ਆ ਗਿਆ ਤੇ ਪੋਜ਼ਿਟਿਵ ਆ ਗਿਆ। ਨੈਗੇਟਿਵ ਇਨਟੂ ਪੋਜ਼ਿਟਿਵ ਗ੍ਰੇਟਰ ਦੈਨ 0 ਹੋਇਆ ਕਦੇ, ਨਹੀਂ ਹੋਇਆ। x ਨੂੰ ਕੀ ਫਿਲ ਕਰ ਦਿੱਤਾ ਮੈਂ, 6 ਫਿਲ ਕਰ ਦਿੱਤਾ। ਠੀਕ ਹੈ, x ਇਜ਼ ਇਕੁਅਲ ਟੂ 6 ਕਾਦੇ ਵਿੱਚ, ਇਹਦੇ ਵਿੱਚ। ਤਾਂ ਮੇਰੇ ਕੋਲ ਫਸਟ ਵੈਲਿਊ ਨੈਗੇਟਿਵ ਆ ਗਈ, ਸੈਕੰਡ ਵੈਲਿਊ, ਇੱਕ ਮਿੰਟ ਬਈ, ਹਾਂਜੀ ਫਸਟ ਪੋਜ਼ਿਟਿਵ ਆ ਗਈ, ਸੈਕੰਡ ਨੈਗੇਟਿਵ ਆ ਗਈ। ਠੀਕ ਹੈ, ਕਿਉਂਕਿ 6 ਮਾਈਨਸ 5 ਕਰਾਂਗੇ ਪੋਜ਼ਿਟਿਵ, 6 ਮਾਈਨਸ 7 ਕਰਾਂਗੇ ਤਾਂ ਨੈਗੇਟਿਵ। ਹਾਂਜੀ, ਦੱਸ ਦਿਓ ਜੀ ਕੀ ਹੋਏਗਾ। ਮਤਲਬ if x and y are real numbers, x ਦੀ ਵੈਲਿਊ greater than y, ਤੇ ਐਂਡ ਨਾਲ ਮੇਰੇ ਕੋਲ ਇਹ ਵੀ ਕੰਡੀਸ਼ਨ ਆ, mod x and ਓਕੇ ਜੀ, mod y ਮੇਰੇ ਕੋਲ ਕੀ ਆ, greater than 0। ਹੁਣ ਦੇਖੋ ਕਹਿੰਦਾ ਮੇਰੇ ਕੋਲ x ਦੀ ਵੈਲਿਊ greater than 0। ਠੀਕ ਹੈ, ਕੱਲੇ ਮੇਰੇ ਕੋਲ ਕਾਦੀ ਆ, x ਦੀ ਵੈਲਿਊ greater than 0। ਇਹ ਕੰਡੀਸ਼ਨ ਹੋਲਡ ਕਰਦੀ ਹੈ ਕਿ ਨਹੀਂ ਕਰਦੀ, ਦੱਸ ਦਿਓ। ਫਸਟ ਦੇ ਅਕੋਰਡਿੰਗ ਮੈਂ ਨੈਗੇਟਿਵ ਲੈ ਕੇ ਦੇਖਦਾ ਜੀ, ਫਸਟ ਆਪਸ਼ਨ ਕੱਟਣੀ ਹੈ ਨਾ, ਮੈਂ x ਦੀ ਵੈਲਿਊ ਲੈ ਲਈ -2, ਤਾਂ y ਦੀ ਵੈਲਿਊ ਮੇਰੇ ਕੋਲ ਕਿੰਨੀ ਹੋਏਗੀ, ਇੱਥੇ ਮੈਂ 5 ਲੈ ਲਾ, ਇੱਕ ਮਿੰਟ, ਇਹ ਤੋਂ ਛੋਟੀ ਲੈਣੀ ਪੈਣੀ ਤਾਂ ਕਿ ਮੇਰੇ ਕੋਲ ਦੋਨੋਂ ਕੰਡੀਸ਼ਨਸ ਹੋਲਡ ਕਰ ਦੇਣ। ਤਾਂ ਇੱਥੇ ਮੈਂ 1 ਲੈ ਲੈਣਾ। ਠੀਕ ਹੈ ਜੀ, ਤਾਂ ਮੇਰੇ ਕੋਲ ਕੀ ਬਣ ਗਿਆ, ਦੇਖੋ ਜਦੋਂ ਦਾ ਮੈਂ ਮੋਡ ਕਰੂੰਗਾ ਤਾਂ ਵੀ ਮੇਰੇ ਕੋਲ ਕੰਡੀਸ਼ਨ ਹੋਲਡ ਕਰਦੀ, ਦੋਨੋਂ ਕੰਡੀਸ਼ਨ ਹੋਲਡ ਕਰਾ ਕੇ ਰੱਖਣੀਆਂ ਆਪਾਂ। ਦੋਨੋਂ ਕੰਡੀਸ਼ਨ ਹੋਲਡ ਆ ਤੇ ਕਹਿੰਦਾ ਮੇਰੇ ਕੋਲ x ਪੋਜ਼ਿਟਿਵ ਹੋਣਾ ਚਾਹੀਦਾ, ਜ਼ਰੂਰੀ ਤਾਂ ਨਹੀਂ। ਦੇਖੋ ਇਹ ਨੈਗੇਟਿਵ ਵਾਸਤੇ ਵੀ ਟਰੂ ਹੋ ਗਿਆ, ਫਸਟ ਆਪਸ਼ਨ ਕੈਨਸਲ ਹੋ ਗਈ। ਹੁਣ ਆਪਾਂ ਚੱਲਦੇ ਹਾਂ ਸੈਕੰਡ ਆਪਸ਼ਨ। ਸਰ -2 1 ਤੋਂ ਕਿੰਨਾ ਵੱਡਾ ਹੈ ਸਰ? ਓਹੋ, ਗੜਬੜ ਹੋ ਗਈ ਬਈ ਇਹ ਤਾਂ। ਫਿਰ ਇੱਧਰ ਤੁਸੀਂ ਕੀ ਲੈ ਲਓ, ਇੱਕ ਮਿੰਟ ਰੁਕ ਜਾਓ ਬਈ, ਉਦਾਂ ਦੀ ਵੈਲਿਊ ਲੈ ਲੈਂਦੇ ਆ। -2 ਉਲਟਾ ਲਿਖਿਆ ਗਿਆ ਬਈ, ਅਗਰ ਆਪਾਂ ਇੱਥੇ ਲਈਏ -1, ਜਦੋਂ ਦਾ ਮੋਡ ਕਰਾਂਗੇ ਤਾਂ ਫਿਰ ਇੱਕ ਸੈਕਿੰਡ ਬਈ, ਹਾਂਜੀ ਦੇਖੋ ਕੋਈ ਦਿਮਾਗ ਦੇ ਵਿੱਚ ਨੰਬਰ ਆ ਰਿਹਾ ਕਿ ਨਹੀਂ। ਆਪਾਂ ਇਦਾਂ ਦੀ ਵੈਲਿਊ ਲੈਣੀ ਹੈ ਜਿਹੜੀ x y ਤੋਂ ਵੀ ਵੱਡਾ ਹੋਵੇ ਤੇ ਉਹਦਾ ਜਿਹੜਾ ਮੋਡੂਲਸ ਆ ਉਹ ਇਹ ਤੋਂ ਵੱਡਾ ਹੋਵੇ। ਨੈਗੇਟਿਵ ਨੰਬਰ ਲਵਾਂਗੇ ਫਿਰ ਇਧਰ ਕੰਡੀਸ਼ਨ ਨਹੀਂ ਹੋਲਡ ਹੁੰਦੀ। ਜੇ ਨੈਗੇਟਿਵ ਨੰਬਰ ਲਵਾਂਗੇ ਤਾਂ ਮੇਰੇ ਕੋਲ ਆਹ ਵਾਲੀ ਕੰਡੀਸ਼ਨ ਨਹੀਂ ਹੋਲਡ ਹੁੰਦੀ, ਫਿਰ ਕੀ ਕਰੀਏ ਜੀ।
ਓਕੇ ਜੀ, ਪਹਿਲਾਂ ਕਹਿ ਰਿਹਾ ਮੇਰੇ ਕੋਲ x ਪੋਜ਼ਿਟਿਵ ਆ, ਆਪਾਂ ਅਗਰ ਇਹਨੂੰ 10 ਲੈ ਲਈਏ, ਜੇ ਮੇਰੇ ਕੋਲ 5 ਲੈ ਲਈਏ ਤਾਂ ਮੇਰੇ ਕੋਲ ਕੰਡੀਸ਼ਨ ਟਰੂ ਹੋ ਜਾਏਗੀ। ਇੱਕ ਮਿੰਟ ਜੀ ਚੈੱਕ ਕਰਦੇ ਹਾਂ, ਦਿਮਾਗ ਦੇ ਵਿੱਚ ਇਹਦੀ ਕੋਈ ਆਪਸ਼ਨ ਨਹੀਂ ਆ ਰਹੀ, ਲੈ ਕੇ ਤੈਨੂੰ ਆਪਾਂ ਸੋਲਵ ਕਰਨਾ ਪੈਣਾ ਇਸੇ ਤਰ੍ਹਾਂ। ਦੇਖੋ ਸਰ ਮੇਰਾ ਵੀ ਡਾਊਟ ਹੈਗਾ ਮੇਰਾ ਨੇ ਗਲਤ ਕੀਤਾ ਸੀ, ਮੈਂ ਏ ਲਾਇਆ ਸੀ ਆਪਸ਼ਨ ਵੈਸੇ। ਇਹ ਆਪਸ਼ਨ ਇਹਦੀ ਬੀ ਆਉਣੀ, ਮੈਂ ਸੋਲਵ ਕਰਾਇਆ ਸੀਗਾ ਦੂਸਰੀ ਵੀਡੀਓ 'ਚ, ਇੱਕ ਆਪਾਂ ਆਨਲਾਈਨ ਵੀਡੀਓ ਪਹਿਲਾਂ ਵੀ ਮੈਂ ਕਰਵਾਈ ਸੀ, ਪਰ ਮੈਨੂੰ ਠੀਕ ਹੈ ਯਾਦ ਸਰ, ਨਹੀਂ ਆ ਰਿਹਾ ਇਹਦੇ 'ਚ ਕਿਹੜੀ ਵੈਲਿਊ ਲਈ ਸੀਗੀ। ਚਲੋ ਇਹਨੂੰ ਦੇਖਦੇ ਹਾਂ ਲਾਸਟ ਤੇ, ਕੋਈ ਨਾ। ਕਿ ਕਈ ਵਾਰ ਕੀ ਪੇਪਰ ਦੇ ਵਿੱਚ ਵੀ ਇਸ ਤਰ੍ਹਾਂ ਹੋ ਜਾਂਦਾ ਵੀ ਆਪਣੇ ਕੋਲੇ ਕੁਐਸਚਨ ਦਾ ਜਿਹੜੀ ਆਪਸ਼ਨਸ ਨਹੀਂ ਮਾਈਂਡ ਦੇ ਵਿੱਚ ਆ ਰਹੀ। ਹੁਣ ਮੇਰੇ ਵੀ ਇਸ ਟਾਈਮ ਇਦਾਂ ਦੀ ਕੋਈ ਵੈਲਿਊ ਨਹੀਂ ਆ ਰਹੀ ਜਿਹਦੇ ਨਾਲ ਮੈਨੂੰ ਆਪਸ਼ਨ ਨੂੰ ਡਿਸਕਾਰਡ ਕਰਦਾ। ਫਿਰ ਵੀ ਇੱਕ ਵਾਰ ਆਪਾਂ ਸੋਚ ਕੇ ਦੇਖਦੇ ਹਾਂ। ਵੈਸੇ ਲੌਜੀਕਲੀ ਦੇਖਿਆ ਜਾਵੇ ਤਾਂ ਜੇ ਮੇਰੇ ਕੋਲੇ ਇਹੀ ਕੰਡੀਸ਼ਨ ਬਣਦੀ ਹੈ, ਕਿਉਂ ਦੇਖੋ ਮੈਂ ਅਗਰ x ਦੀ ਵੈਲਿਊ ਕਿੰਨੀ ਲੈ ਲਾਂ, ਨੈਗੇਟਿਵ ਦੇ ਵਿੱਚ ਆਪਾਂ ਗੱਲ ਕਰਦੇ ਪਏ ਹਾਂ, -5 ਲੈ ਲਈਏ, y ਦੀ ਵੈਲਿਊ ਮੇਰੇ ਕੋਲ ਇਹ ਤੋਂ ਵੱਡੀ ਹੈ, ਯਾਨੀ ਕਿ ਮੇਰੇ ਕੋਲ ਇੱਧਰ ਨੂੰ ਜਾਣਾ ਪੈਣਾ, ਠੀਕ ਹੈ, ਪਿੱਛੇ ਨੂੰ, ਯਾਨੀ ਕਿ -6, ਠੀਕ ਹੈ ਜੀ। ਤਾਂ ਮੇਰੇ ਕੋਲ ਕੀ ਹੋਏਗਾ, ਇਹ ਵਾਲੀ ਕੰਡੀਸ਼ਨ ਕਦੇ ਵੀ ਹੋਲਡ ਨਹੀਂ ਕਰੇਗੀ ਅਗਰ ਮੈਂ ਇਹ ਚੀਜ਼ ਲੈਣਾ ਤਾਂ, ਠੀਕ ਹੈ ਜੀ। ਅਗਰ ਇਹ ਚੀਜ਼ ਲੈਣਾ ਆ ਤਾਂ ਮੇਰੇ ਕੋਲ ਕਦੇ ਵੀ ਹੋਲਡ ਨਹੀਂ ਕਰਦੀ। ਕਿਉਂ ਨਹੀਂ ਕਰਦੀ ਦੇਖ ਲਓ, ਇਹਦਾ ਜਦੋਂ ਮੈਂ ਮੋਡ ਲਿਆ, ਫਸਟ ਵਾਲੀ ਕੰਡੀਸ਼ਨ ਤਾਂ ਹੋਲਡ ਹੋਗੀ, ਸੈਕੰਡ ਵਾਲੀ ਕੰਡੀਸ਼ਨ ਇਸ ਦੇ ਨਾਲ ਮੇਰੇ ਕੋਲ ਕਦੇ ਵੀ ਹੋਲਡ ਨਹੀਂ ਹੋਏਗੀ। ਇਹ ਬਣ ਜਾਂਦਾ 5 > 6, ਇਹ ਨਹੀਂ ਹੋਲਡ ਹੁੰਦੀ, ਦੋਨੋਂ ਹੋਲਡ ਹੋਣੀਆਂ ਚਾਹੀਦੀਆਂ। ਸਰ ਠੀਕ ਹੈ, ਇਹ ਵਾਲਾ ਨੈਗੇਟਿਵ ਤਾਂ ਸਰ ਟਾਈਮ, ਡੀ ਆਪਸ਼ਨ ਹੈਗਾ ਨਾ ਫਿਰ, ਹਾਂਜੀ ਇਹਦੇ ਨਾਲ ਸਰ ਡੀ ਆਪਸ਼ਨ ਕੱਟੇਗਾ ਨਾ ਸਰ, ਇਹ ਨਹੀਂ ਨਾ ਕੱਟੇਗਾ। ਹਾਂਜੀ ਹਾਂਜੀ, ਉਹੀ ਕੱਟ ਰਹੇ ਨਾ ਆਪਾਂ, ਮਤਲਬ ਮੇਰੇ ਕੋਲ ਇਹ ਆਪਸ਼ਨ ਕੈਨਸਲ ਹੋ ਗਈ ਇਹਦੇ ਨਾਲ ਡੀ। ਹੁਣ ਆਪਾਂ ਬੀ ਕੈਨਸਲ ਕਰਨ ਦੀ, ਏ ਕੈਨਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਇਹ ਕਿਵੇਂ ਕੈਨਸਲ ਕਰਾਂਗੇ ਆਪਾਂ, ਇਹਦੇ ਚ x ਦੀ ਵੈਲਿਊ ਲੈ ਲਓ ਤੁਸੀਂ 5, ਤਾਂ y ਦੀ ਵੈਲਿਊ ਲੈ ਲਓ ਤੁਸੀਂ -10, ਠੀਕ ਹੈ ਜੀ। ਹੁਣ ਜਦੋਂ ਆਪਾਂ ਫਸਟ ਦੇ ਵਿੱਚ ਫਿਲ ਕਰਾਂਗੇ 5 > -10 ਤਾਂ ਹੁੰਦਾ, ਪਰ ਜਦੋਂ ਇਹਦਾ ਮੈਂ ਮੋਡੂਲਸ ਲੈਣ ਦੀ ਕੋਸ਼ਿਸ਼ ਕਰਾਂਗਾ ਉੱਥੇ ਇਹਨੇ ਫੇਲ ਹੋ ਜਾਣਾ, ਠੀਕ ਹੈ ਜੀ। ਇਹਦੇ ਨਾਲ ਮੇਰੀ ਫਸਟ ਆਪਸ਼ਨ ਵੀ ਕੈਨਸਲ ਹੋ ਗਈ, ਠੀਕ ਹੈ ਜੀ। ਹੁਣ ਅਗਰ ਫਸਟ ਆਪਸ਼ਨ ਕੈਨਸਲ ਹੋ ਗਈ, ਦੇਖੋ ਇਹ ਤਾਂ ਆਪਣੇ ਆਪ ਹੀ ਕੈਨਸਲ ਹੋ ਰਹੀ ਹੈ, ਕਿਉਂ, ਇਹ ਵੀ ਤਾਂ ਇਸੇ ਬੇਸ ਤੇ ਸਮ, ਥਰਡ ਆਪਸ਼ਨ ਵੀ y ਦੀ ਵੈਲਿਊ <0 ਲਵਾਂਗੇ ਤਾਂ ਨਹੀਂ ਟਰੂ ਹੁੰਦੀ, ਤਾਂ ਥਰਡ ਆਪਸ਼ਨ ਵੀ ਮੇਰੇ ਕੋਲ ਕੈਨਸਲ ਹੋ ਗਈ, ਤਾਂ ਰਹਿ ਗਈ ਮੇਰੇ ਕੋਲ ਕਿਹੜੀ, ਬੀ ਆਪਸ਼ਨ। ਓਨਲੀ ਬੀ ਇਜ਼ ਕਰੈਕਟ ਹੈ ਜਦੋਂ ਮੇਰੇ ਕੋਲ y ਦੀ ਵੈਲਿਊ ਵੀ <0 ਹੋਏਗੀ, ਤਾਂ ਹੀ ਇਹ ਚੀਜ਼ ਪੋਸੀਬਲ ਆ, ਆਲਵੇਜ਼ ਨਹੀਂ ਤਾਂ ਕਦੇ ਨਹੀਂ ਪੋਸੀਬਲ, ਠੀਕ ਹੈ ਜੀ। ਠੀਕ ਹੈ ਸਰ, ਓਕੇ ਸਰ, ਥੈਂਕ ਯੂ। ਠੀਕ ਹੈ, ਜਿਵੇਂ ਕਈ ਵਾਰ ਕੀ ਹੋ ਜਾਂਦਾ, ਜਿਵੇਂ ਮੇਰੇ ਦਿਮਾਗ ਦੇ ਵਿੱਚ ਵੀ ਕੁਐਸਚਨ ਨਹੀਂ ਆਇਆ ਸੀਗਾ, ਜਦੋਂ ਆਪਾਂ -2 ਲਿਖ ਦਿੱਤਾ, ਹੁਣ ਦਿਮਾਗ ਦੇ ਵਿੱਚ ਉਹ ਨਹੀਂ ਚੱਲਦਾ ਪਿਆ ਸੀ, ਮੈਂ ਕੀ ਇਹ ਤੋਂ ਛੋਟੀ ਵੈਲਿਊ ਲੈ ਕੇ ਚੱਲਦਾ ਪਿਆ ਸੀਗਾ, ਠੀਕ ਹੈ ਜੀ। ਅਗਲਾ ਦੇਖ ਲਓ ਜੀ, ਕਹਿੰਦਾ ਮੇਰੇ ਕੋਲੇ ਕੀ ਆ, pth ਟਰਮ q ਆ, ਯਾਨੀ ਕਿ tp ਦੀ ਵੈਲਿਊ ਕਿੰਨੀ ਆ, q ਆ। ਤੇ ਸੈਕੰਡ ਮੇਰੇ ਕੋਲੇ ਕੀ ਕਹਿ ਰਿਹਾ, tq ਦੀ ਵੈਲਿਊ ਮੇਰੇ ਕੋਲੇ ਕਿੰਨੀ ਆ, ਓਕੇ, q ਫਾਈਂਡ ਕਰਨਾ ਹੈ ਆਪਾਂ, p + q ਮੇਰੇ ਕੋਲੇ ਕਿੰਨਾ ਆ, 0। ਹਾਂ ਕਰ ਸਕਦੇ, ਇੱਕ ਤਾਂ ਤੁਸੀਂ ਇਹਨੂੰ ਬਾਈ ਆਪਸ਼ਨ ਸੋਲਵ ਕਰ ਸਕਦੇ ਹੋ, ਇੱਕ ਤੁਸੀਂ ਕੀ ਕਰ ਸਕਦੇ ਹੋ, ਇਹਨੂੰ ਥੋੜੇ ਲੰਬੇ ਮੈਥਡ ਨਾਲ ਸੋਲਵ ਕਰ ਸਕਦੇ ਹੋ। ਪਹਿਲਾਂ ਆਪਾਂ ਇਹਨੂੰ ਸੋਲਵ ਕਰਦੇ ਹਾਂ ਲੌਂਗ ਮੈਥਡ ਦਾ। ਇਹਦਾ ਮਤਲਬ ਕੀ ਹੋ ਜਾਏਗਾ, a + p - 1 * d = q। ਹਾਂਜੀ, ਸੈਕੰਡ ਦਾ ਮਤਲਬ ਕੀ ਹੋ ਜਾਏਗਾ, a + p + q - 1 * d = 0। ਦੋਨਾਂ ਨੂੰ ਸਬਟਰੈਕਟ ਕਰ ਦਿਓ, ਦੋਨੋਂ ਕੈਨਸਲ ਹੋ ਗਏ। ਹੁਣ ਇਹ ਕੀ ਬਣ ਜਾਏਗਾ, d ਮੇਰੇ ਕੋਲੇ ਕਾਮਨ ਆ ਗਿਆ ਦੋਨਾਂ ਦੇ ਵਿੱਚੋਂ, ਇਹ ਰਹਿ ਗਿਆ ਮੇਰੇ ਕੋਲੇ p - 1, ਇਹ ਮਾਈਨਸ ਦਾ ਸਾਈਨ -p, -p ਤੇ ਫਿਰ ਮੇਰੇ ਕੋਲੇ ਬਣ ਜਾਏਗਾ -q, ਠੀਕ ਹੈ ਜੀ। ਤਾਂ ਮੇਰੇ ਕੋਲ ਇਹ ਰਹਿ ਗਿਆ ਮਾਈਨਸ ਤੇ ਮਾਈਨਸ +1, ਇਹ ਚੀਜ਼ ਬਣ ਗਿਆ ਸੀ। ਓਕੇ ਜੀ, ਇਧਰ ਮੇਰੇ ਕੋਲ q ਬਚ ਗਿਆ ਜਦੋਂ ਇਹਨੂੰ ਕੀਤਾ, ਤਾਂ p ਨਾਲ p ਕੈਨਸਲ ਹੋ ਗਿਆ,
1 ਨਾਲ 1 ਕੈਂਸਲ ਹੋ ਗਿਆ ਤਾਂ d ਦੇਖੋ ਮੇਰੇ ਕੋਲ ਕਿੰਨਾ ਬਣ ਗਿਆ q ਓਵਰ ਮਾਈਨਸ q ਤਾਂ d ਦੀ ਵੈਲਿਊ ਮੇਰੇ ਕੋਲ ਕਿੰਨੀ ਬਣ ਗਈ -1 ਬਣ ਗਈ। ਇਹ d ਦੀ ਵੈਲਿਊ ਮੇਰੇ ਕੋਲ -1 ਬਣ ਗਈ ਤਾਂ ਮੈਂ a ਦੀ ਵੈਲਿਊ ਫਾਈਂਡ ਕਰਨੀ ਹੈ। ਤਾਂ ਫਿਲ ਕਰਕੇ ਦੇਖੀਏ ਕਿੰਨੀ ਬਣਦੀ ਹੈ ਤਾਂ ਮੇਰੇ ਕੋਲ ਬਣ ਜਾਏਗਾ a plus p -1 into -1 is equal to q। ਤਾਂ a ਮੇਰੇ ਕੋਲ ਕੀ ਬਣ ਗਿਆ ਇਹਨੂੰ ਉਧਰ ਭੇਜ ਦਿਓ ਰਾਈਟ ਸਾਈਡ ਤੇ ਅਨਐਕਟਿਵ ਹੈ ਸਾਰਾ ਪੋਜ਼ਿਟਿਵ ਬਣ ਜਾਣਾ ਉਧਰ ਜਾ ਕੇ p -1 a ਵੀ ਮਿਲ ਗਿਆ d ਵੀ ਮਿਲ ਗਿਆ ਤੇ ਆਪਾਂ ਫਾਈਂਡ ਕਰਨਾ tq। ਦੇਖੋ tq ਕਿੰਨਾ ਬਣੇਗਾ a ਦੀ ਵੈਲਿਊ q plus p -1 plus q -1 into d ਦੀ ਵੈਲਿਊ -1 ਸੋਲਵ ਕਰ ਦੇਣਾ ਜਸਟ q plus p -1 ਇਹਨੇ ਬਣ ਜਾਣਾ -q plus 1 ਦੋਨੋਂ ਕੈਂਸਲ ਹੋ ਗਏ ਤਾਂ ਆਨਸਰ ਕਿੰਨਾ ਆ ਗਿਆ ਮੇਰੇ ਕੋਲ p। ਕਲੀਅਰ ਹੈ ਜੀ ਹਾਂਜੀ ਜੇ ਕਿਸੇ ਨੂੰ ਨਹੀਂ ਪਤਾ ਲੱਗਾ ਤਾਂ ਦੱਸ ਦਿਓ। ਨੈਕਸਟ ਚੱਲਦੇ ਹਾਂ ਜੀ ਵੈਸੇ ਇਹਨੂੰ ਬਾਈ ਆਪਸ਼ਨ ਕਰਨਾ ਹੋਇਆ ਤਾਂ ਇੱਕ ਤੁਸੀਂ ਕੀ ਕਰ ਲਓ pth ਟਰਮ q ਲੈ ਲਓ ਯਾਨੀ ਕਿ ਫਸਟ ਟਰਮ ਦੀ ਵੈਲਿਊ ਕੋਈ ਲੈ ਲਓ ਫਿਰ ਇਹਨੂੰ ਸੈਕੰਡ ਟਰਮ ਮੰਨ ਲਓ ਇਹਨੂੰ ਥਰਡ ਟਰਮ ਮੰਨ ਲਓ। ਹਾਂਜੀ ਕਰਕੇ ਦੇਖੀਏ ਟਰਾਈ ਕਿਉਂਕਿ ਮੈਂ ਵੀ ਫਸਟ ਟਾਈਮ ਕਰਨ ਲੱਗਾ ਦਿਮਾਗ ਦੇ ਵਿੱਚ ਆਈਡੀਆ ਹੈਗਾ ਕਰਦੇ ਆਪਾਂ p ਦੀ ਵੈਲਿਊ 1 ਲੈ ਲਈ ਤਾਂ ਇਹ ਮੇਰਾ ਆਨਸਰ ਲੈ ਲਿਆ 2 ਫਿਰ tq t2 ਪਤਾ ਨਹੀਂ ਮੇਰੇ ਕੋਲ ਕਿੰਨੀ ਆ ਪਰ ਮੈਨੂੰ ਇੰਨਾ ਪਤਾ ਆ t ਠੀਕ ਹੈ ਜੀ ਜਗ੍ਹਾ ਉੱਪਰ ਘੱਟ ਆ ਕੋਸ਼ਿਸ਼ ਕਰਦੇ ਆ ਉਹਨੂੰ ਕਰਨ ਦੀ 1 plus 2 ਯਾਨੀ ਕਿ 3 ਹੋ ਗਿਆ ਇਹਦੀ ਵੈਲਿਊ 0 ਆ ਹੁਣ 0 ਕਦੋਂ ਬਣੇਗਾ ਇਹ ਠੀਕ ਹੈ ਥਰਡ ਟਰਮ 0 ਬਣਾਉਣੀ ਆਪਾਂ ਡਿਕਰੀਜ਼ਿੰਗ ਆਰਡਰ ਚ ਹੋਏਗਾ ਨਾ ਤਾਂ ਇੱਥੇ ਮੇਰੇ ਕੋਲੇ 1 ਹੋਏਗਾ ਫਿਰ ਤਾਂ ਹੀ ਮੇਰੇ ਕੋਲੇ ਇੱਥੇ 0 ਬਣੇਗੀ। ਕਲੀਅਰ ਹੈ ਜੀ ਹਾਂਜੀ ਸਰ ਠੀਕ ਹੈ। ਹਾਂਜੀ ਪਤਾ ਠੀਕ ਹੈ ਜੀ ਤੇ ਮੇਰਾ ਆਨਸਰ ਕਿਹੜਾ ਬਣ ਗਿਆ ਦੇਖੋ ਤਾਂ ਮੇਰੇ ਕੋਲੇ q ਦੀ ਵੈਲਿਊ ਕਿੰਨੀ ਬਣ ਗਈ tq ਦੀ 1 ਬਣ ਗਈ ਹੁਣ ਆਪਸ਼ਨ ਦੇ ਵਿੱਚ ਫਿਲ ਕਰਕੇ ਦੇਖ ਲਓ p ਦੀ ਵੈਲਿਊ ਫਸਟ ਮੇਰੇ ਕੋਲੇ -1 ਆ ਇਹ ਮੇਰੇ ਕੋਲੇ 3 ਆ ਇਹ ਮੇਰੇ ਕੋਲੇ 1 ਆ ਇਹ ਮੇਰੇ ਕੋਲੇ ਕਿੰਨਾ ਬਣ ਜਾਏਗਾ -1 ਮੇਰੇ ਕੋਲ ਦੇਖੋ 1 ਹੀ ਆਨਸਰ ਆ ਰਿਹਾ ਬਿਨਾਂ ਕਿਸੇ ਮਿਹਨਤ ਤੋਂ ਆਪਾਂ ਸਮ ਸੋਲਵ ਕਰ ਲਿਆ। ਲਓ ਜੀ ਨੈਕਸਟ ਦੇਖ ਲਓ ਜੀ ਇਹ ਦੇਖ ਲਓ ਮੈਂ ਫਿਕਰ ਫਿਰ ਰਿਪੀਟ ਕਰਦਾ 0 ਕਿਵੇਂ ਬਣੇਗਾ ਫਸਟ ਟਰਮ ਮੈਂ 2 ਲਈ 2 ਦੇ ਵਿੱਚੋਂ 1 ਘਟ ਗਿਆ ਅਗਲੀ 1 ਫਿਰ ਉਹਦੇ ਚੋਂ 1 ਘਟ ਗਿਆ ਇਹ 0 ਬਣ ਗਿਆ d ਮੈਂ -1 ਲੈ ਲਿਆ ਸੀ d ਇੱਥੇ ਵੀ ਮੇਰੇ ਕੋਲ ਦੇਖੋ -1 ਹੀ ਆਇਆ ਸੀ। ਹਾਂਜੀ ਅਗਲਾ ਕੁਐਸਚਨ ਜੀ ਜੀਪੀ ਚ ਤੇ ਏਪੀ ਚ ਕੀ ਆਨਸਰ ਹੋਏਗਾ ਜੀ ਹੋਣਗੇ ਤਿੰਨੋਂ ਬਰਾਬਰ ਹੋਣਗੇ ਆਲਵੇਜ਼ ਨੋਟ ਵੀ ਕਰਿਆ ਹੋਇਆ ਜੀ ਅਗਰ ਏਪੀ ਜੀਪੀ ਤੇ ਐਚਪੀ ਚ ਹੋਣ ਤਿੰਨੋਂ ਤਾਂ ਫਿਰ ਮੇਰੇ ਕੋਲ ਕੀ ਹੁੰਦਾ ਸੀਗਾ a is equal to b is equal to c ਤਾਂ ਤਿੰਨੋਂ ਮੇਰੇ ਕੋਲੇ ਨੰਬਰ ਕੀ ਹੋਣਗੇ ਹਾਂਜੀ ਅਗਰ a b c ਤਿੰਨਾਂ ਚ ਹੋਣ ਤਾਂ ਮੇਰੇ ਕੋਲੇ ਹੁੰਦਾ ਸੀਗਾ ਤਿੰਨੋਂ ਨੰਬਰ ਬਰਾਬਰ। ਓਕੇ ਜੀ ਇੱਥੋਂ ਤੱਕ ਬਸ ਕਰਦੇ ਹਾਂ ਜੀ ਫਿਰ 50 ਤੋਂ ਅੱਗੇ ਈਵਨਿੰਗ ਸਟਾਰਟ ਕਰਦੇ ਹਾਂ ਪੂਰਾ ਪੇਪਰ ਆਪਾਂ ਕੰਪਲੀਟ ਕਰ ਲਾਂਗੇ ਠੀਕ ਹੈ ਜੀ ਕਿਉਂਕਿ ਟਾਈਮ ਕਾਫੀ ਹੋ ਗਿਆ ਮੈਂ ਰੈਡੀ ਹੋਣਾ ਆ ਲੇਟ ਹੋ ਜਾਣਾ ਮੈਂ ਠੀਕ ਹੈ ਜੀ ਓਕੇ ਇਸ ਸਰ। ਤੋਂ ਅੱਗੇ ਤੁਸੀਂ ਪੇਪਰ ਨੂੰ ਟਰਾਈ ਮਾਰ ਲਿਓ ਪੇਪਰ ਦੇ ਸਾਰੇ ਕੁਐਸਚਨ ਆਪਾਂ ਕਾਫੀ ਹੱਦ ਤੱਕ ਕੀਤੇ ਹੋਏ ਆ ਇਹ ਵੀ ਕਰਿਆ ਹੋਇਆ ਆਪਾਂ ਕਲਾਸ ਦੇ ਵਿੱਚ ਠੀਕ ਤਾਂ ਕਿ ਥੋੜਾ ਜਿਹਾ ਸੌਖਾ ਹੋ ਜੇ ਦੇਖੋ ਸੌਖੇ ਸੌਖੇ ਕੁਐਸਚਨਸ ਨੇ 1-1 2-2 ਸੈਕਿੰਡ ਦਾ ਕੰਮ ਆਪਣੇ ਕੋਲ ਠੀਕ ਹੈ ਜੀ ਬਾਕੀ ਮੈਂ ਸ਼ਾਮ ਨੂੰ ਕੰਪਲੀਟ ਕਰਾ ਦਾਂਗਾ ਸਾਰੇ ਚਲੋ ਮਿਲਦੇ ਆ ਜੀ ਈਵਨਿੰਗ ਚ ਪੇਪਰ ਅਪਡੇਟ ਨਹੀਂ ਕਰਿਆ ਬਈ
ਹਾਂਜੀ ਨੋਟ ਕਰਿਆ ਤੁਸੀਂ ਪੇਪਰ ਸਮ नहीं सर। ਹੈਲੋ